ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 196 ਤੇ ਉੱਪਰੋਂ ਦੂਸਰੀ ਪੰਕਤੀ ਹੈ। ਗੌੜੀ ਮਹੱਲਾ ਪੰਜਵਾਂ। ਰਾਗ ਦਾ ਨਾਂ ਹੈ ਗੌੜੀ ਤੇ ਪੰਚਮ ਪਾਤਸ਼ਾਹ ਦੀ ਬਾਣੀ ਹੈ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਬਲ ਰੋਗ ਨਾ ਵਿਆਪੈ ਕੋਈ। ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਮਨੁੱਖ ਗੁਰੂ ਨੂੰ ਮਿਲਦਾ ਹੈ। ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਅਸੀਂ ਗੁਰੂ ਕੋਲ ਜਾਂਦੇ ਹੀ ਨਹੀਂ, ਚਾਹੇ ਘਰ 'ਚ ਗੁਰੂ ਹੋਵੇ। ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਫਿਰ ਮਨੁੱਖ ਗੁਰੂ ਨੂੰ ਮਿਲਦਾ। ਫਿਰ ਕੀ, ਜਦ ਗੁਰੂ ਨੂੰ ਮਿਲਦਾ, ਤਿਤ ਬਲ ਰੋਗ ਨਾ ਵਿਆਪੈ ਕੋਈ। ਤਿਤ ਮੈਨੇ ਗੁਰੂ ਦੇ ਬਲ ਕਾਰਨ ਉਸ ਮਨੁੱਖ ਨੂੰ ਫਿਰ ਕੋਈ ਰੋਗ ਨਹੀਂ ਚਿੰਬੜਦਾ। ਇੱਥੇ ਰੋਗ ਕੋਈ ਸਿਰ ਦਰਦ, ਢਿੱਡ ਪੀੜ ਨਹੀਂ ਗਿਣ ਲੈਣਾ। ਗੁਰਬਾਣੀ 'ਚ 5 ਰੋਗ ਗਿਣੇ ਗਏ ਨੇ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤਾਂ ਹੀ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਜੋ ਹੀ ਵਿਖਾਈ ਦੇ ਰਿਹਾ ਰੋਗੀ ਹੈ। ਕੋਈ ਕਾਮ ਦੇ ਅਧੀਨ ਹੈ, ਕੋਈ ਕ੍ਰੋਧ ਦੇ ਅਧੀਨ ਹੈ, ਕੋਈ ਲੋਭ ਦੇ ਹੈ, ਕੋਈ ਮੋਹ ਦੇ ਹੈ, ਕੋਈ ਹੰਕਾਰ ਦੇ ਹੈ। ਇਸ ਲਈ ਬਚਿਆ ਕੌਣ ਹੈ? ਜਿਹੜਾ ਰੱਬ ਨਾਲ ਜੁੜਿਆ ਰਹਿੰਦਾ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋਗੀ ਦਾ ਮਤਲਬ ਇਹ ਨਹੀਂ ਕਿ ਜਿਹੜਾ ਜੋਗੀ ਨੇ। ਯੋਗ ਵਿਦਿਆ ਰੱਬ ਨਾਲ ਜੁੜਨਾ। ਜੋਗੀ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ। ਫਿਰ ਕਿਉਂਕਿ ਅਸੀਂ ਰੱਬ ਨਾਲ ਜੁੜੇ ਹੁੰਦੇ ਹਾਂ, ਫਿਰ ਇਹ ਸਾਰੀਆਂ ਚੀਜ਼ਾਂ ਰੱਬ ਦੇ ਵਿਰੋਧੀ ਨੇ। ਇਸ ਲਈ ਰੱਬ ਦੇ ਵਿਰੋਧੀ ਹੋਣ ਕਰਕੇ ਜਦੋਂ ਰੱਬ ਨਾਲ ਹੈ, ਫਿਰ ਇਹ ਕੁਛ ਨਹੀਂ ਕਰ ਸਕਦੇ ਸਾਡਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਮਨੁੱਖ ਗੁਰੂ ਨੂੰ ਮਿਲਦਾ ਹੈ। ਫਿਰ ਗੁਰੂ ਦੇ ਬਲ ਕਾਰਨ ਇਸ ਨੂੰ ਕੋਈ ਰੋਗ ਨਹੀਂ ਚੰਬੜਦਾ, ਕੋਈ ਬੁਰਾਈ ਨਹੀਂ ਲੱਗਦੀ। ਇਹ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਰਾਮ ਰਮਣ ਤਰਨ ਪੈ ਸਾਗਰ, ਸ਼ਰਨ ਸੂਰ ਫਾਰੇ ਜਮ ਕਾਗਰ। ਰਾਮ ਰਮਣ, ਰਮਣ ਹੁੰਦਾ ਜਪਣਾ। ਪਰਮਾਤਮਾ ਦਾ ਨਾਮ ਜਪਦਾ ਜਿਹੜਾ ਬੰਦਾ, ਤਰਨ ਪੈ ਸਾਗਰ, ਉਹ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ। ਭਵ ਸਾਗਰ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੁਰਾਈਆਂ। ਇਹ ਸੰਸਾਰ 'ਚ ਬੁਰਾਈਆਂ ਨੇ। ਜਿਵੇਂ ਸਾਗਰ ਨੂੰ ਤਰਨਾ ਔਖਾ ਹੁੰਦਾ ਹੈ, ਅਸੀਂ ਬੇੜੀ ਤੋਂ ਬਿਨਾਂ ਜਾਂ ਸਮੁੰਦਰੀ ਜਹਾਜ਼ ਤੋਂ ਬਿਨਾਂ ਸਮੁੰਦਰ ਪਾਰ ਨਹੀਂ ਕਰ ਸਕਦੇ। ਔਖਾ ਕਿ ਨਹੀਂ? ਇਸੇ ਤਰ੍ਹਾਂ ਹੀ ਇਹ ਸੰਸਾਰ ਹੈ। ਇਹ 'ਚ ਇੰਨੀਆਂ ਬੁਰਾਈਆਂ ਨੇ ਕਿ ਉਹਨਾਂ ਬੁਰਾਈਆਂ ਤੋਂ ਬਚ ਕੇ ਲੰਘਣਾ ਬੜਾ ਮੁਸ਼ਕਿਲ ਹੈ। ਇਸ ਲਈ ਸੰਸਾਰ ਨੂੰ ਵੀ ਭੈ ਸਾਗਰ ਕਿਹਾ ਹੈ। ਇਸ ਭੈ ਸਾਗਰ ਤੋਂ, ਇਸ ਭਵ ਸਾਗਰ ਤੋਂ, ਇਹ ਬੁਰਾਈਆਂ ਤੋਂ ਉਹੀ ਬਚ ਸਕਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ। ਹੁਣ ਕਿ ਉਹ ਕਿਵੇਂ ਜਪਦਾ, ਉਹ ਕਿਵੇਂ ਬਚ ਜਾਂਦਾ? ਗੁਰਬਾਣੀ ਕਹਿੰਦੇ ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ, ਵਾਹਿਗੁਰੂ ਤੁਹਾਡੇ ਨਾਲ ਹੀ ਹੈ। ਜਦੋਂ ਵਾਹਿਗੁਰੂ ਨਾਲ ਹੈ ਤਾਂ ਫਿਰ ਬੁਰਾਈ ਨਹੀਂ ਆ ਸਕਦੀ ਨੇੜੇ। ਇਸ ਕਰਕੇ ਜਿਹੜਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ। ਇੱਥੋਂ ਤੱਕ ਕਿ ਮੰਨ ਲਓ ਤੁਹਾਡੀ ਮੌਤ ਦਾ ਸਮਾਂ ਹੋ ਗਿਆ ਹੈ, ਲੈਣ ਵਾਲੇ ਤੁਹਾਨੂੰ ਆ ਗਏ ਨੇ, ਪਰ ਤੁਸੀਂ ਉਸ ਵੇਲੇ ਸਿਮਰਨ ਕਰੀ ਜਾ ਰਹੇ ਹੋ, ਉਹ ਤੁਹਾਨੂੰ ਨਹੀਂ ਲਿਜਾਣਗੇ। ਜਦੋਂ ਸਿਮਰਨ ਕਰਨੋਂ ਹਟੋਗੇ, ਉਦੋਂ ਉਹਨਾਂ ਦਾ ਮੌਕਾ ਲੱਗੇਗਾ। ਇਸ ਲਈ ਕਿਉਂਕਿ ਉੱਥੇ ਪਰਮਾਤਮਾ ਖੜ੍ਹਾ ਹੈ, ਅਤੇ ਜਿੱਥੇ ਪਰਮਾਤਮਾ ਖੜ੍ਹਾ ਫਿਰ ਉਸ ਬੰਦੇ ਨੂੰ ਕੌਣ ਲਿਜਾ ਸਕਦਾ? ਤਾਂ ਕਹਿੰਦੇ ਵੀ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਭਾਵ ਸੰਸਾਰ ਦੀਆਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਸ਼ਰਨ ਸੂਰ ਫਾਰੇ ਜਮ ਕਾਗਰ। ਸ਼ਰਨ ਸੂਰ, ਸੂਰਮੇ ਗੁਰੂ ਦੀ ਜਿਹੜਾ ਸ਼ਰਨ 'ਚ ਆ ਜਾਂਦਾ ਹੈ। ਹੁਣ ਤੁਸੀਂ ਕਹੋਗੇ ਜੀ 6ਵੇਂ ਅਤੇ 10ਵੇਂ ਪਾਤਸ਼ਾਹ ਤੋਂ ਬਿਨਾਂ ਦੇ ਕਿਸੇ ਹਥਿਆਰ ਹੀ ਨਹੀਂ ਚੱਕੇ, ਫਿਰ ਉਹ ਸੂਰਮੇ ਕਿਵੇਂ ਸਨ? ਸੂਰਮਾ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਹਥਿਆਰ ਚੱਕ ਕੇ ਦੂਜੇ ਨੂੰ ਲੜੇ ਉਹੀ ਸੂਰਮਾ ਹੁੰਦਾ ਹੈ। ਹਰ ਇੱਕ ਬੁਰਾਈ ਤੋਂ ਜਿਹੜਾ ਬਚ ਕੇ ਰਹਿੰਦਾ ਉਹ ਸੂਰਮਾ ਬਸ। ਜਿਹੜੇ ਬਹਾਦਰ ਲੋਕ ਨੇ ਉਹੀ ਬੁਰਾਈ ਤੋਂ ਬਚ ਸਕਦੇ ਹੁੰਦੇ ਨੇ।
ਇਸ ਲਈ ਗੁਰੂ ਬੁਰਾਈਆਂ ਤੋਂ ਬਚੇ ਹੋਏ ਨੇ, ਬੁਰਾਈਆਂ ਤੋਂ ਉੱਪਰ ਹੁੰਦੇ ਨੇ, ਇਸ ਲਈ ਉਹਨੂੰ ਸੂਰਮੇ ਕਿਹਾ ਹੈ। ਸ਼ਰਨ ਸੂਰ, ਜਿਹੜਾ ਸੂਰਮੇ ਗੁਰੂ ਦੀ ਸ਼ਰਨ ਚ ਆ ਜਾਂਦਾ ਹੈ, ਫਾਰੇ ਮੈਨੇ ਪਾੜ ਦੇਣਾ, ਜਮ ਜਮਾ ਦੇ ਕਾਗਰ ਮੈਨੇ ਕਾਗਜ਼। ਜਮਾ ਨੇ ਜਿਹੜੇ ਸਾਡੇ ਵਿਰੁੱਧ ਲੇਖਾ ਲਿਖਿਆ ਹੋਇਆ ਨਾ, ਕਹਿੰਦੇ ਸੂਰਮਾ ਗੁਰੂ ਫਿਰ ਉਹਨੂੰ ਪੜ੍ਹ ਦਿੰਦਾ, ਹਿਸਾਬ ਕਿਤਾਬ ਵੀ ਖਤਮ ਕਰ ਦਿੰਦਾ। ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ। ਸਤਿਗੁਰੂ ਗੁਰੂ ਨੇ ਕੀ ਕੀਤਾ? ਮੰਤਰ ਦਿੱਤਾ। ਕਾਹਦਾ? ਹਰੀ ਦੇ ਨਾਮ ਦਾ। ਸਤਿਗੁਰੂ ਜਿਹੜੇ ਨੇ, ਗੁਰੂ ਮਹਾਰਾਜ ਜਿਹੜੇ ਨੇ, ਹਰੀ ਦੇ ਨਾਮ ਦਾ ਮੰਤਰ ਦਿੰਦੇ ਨੇ। ਇਹ ਆਸਰ, ਇਸ ਮੰਤਰ ਦੇ ਆਸਰੇ ਪੂਰਨ ਭਏ ਕਾਮ, ਮਨੁੱਖ ਦੇ ਕੰਮ ਪੂਰਨ ਹੋ ਜਾਂਦੇ ਨੇ। ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਤੁਹਾਡੇ ਕਾਰਜ ਪੂਰੇ ਹੋ ਜਾਣਗੇ। ਗੁਰੂ ਮਹਾਰਾਜ ਹਰੀ ਦੇ ਨਾਮ ਦਾ ਗੁਰਮੰਤਰ ਦਿੰਦੇ ਨੇ। ਇਹ ਆਸਰ, ਇਸ ਗੁਰਮੰਤਰ ਦੇ ਆਸਰੇ ਪੂਰਨ ਪਏ ਕਾਮ, ਕੰਮ ਪੂਰਨ ਹੋ ਜਾਂਦੇ ਹਨ। ਹੁਣ 2 ਵਾਰੀ ਦਾਸ ਬੋਲੇਗਾ, 2 ਵਾਰੀ ਤੁਸੀਂ ਰਸਨਾ ਪਵਿੱਤਰ ਕਰਨੀ ਹੈ, ਚਾਹੇ ਘਰਾਂ 'ਚ ਬੈਠੇ ਹੋ, ਚਾਹੇ ਇੱਥੇ ਗੁਰਦੁਆਰਾ ਸਾਹਿਬ 'ਚ ਬੈਠੇ ਹੋ। ਕਿਉਂਕਿ ਗੁਰਬਾਣੀ ਕਹਿੰਦੀ ਹੈ, ਕਈ ਕੋਟਿਕ ਜਗ ਫਲਾ, ਸੁਣ ਗਾਵਣ ਹਾਰੇ ਰਾਮ। ਗਾਉਣ ਵਾਲੇ ਨੂੰ ਸੁਣ ਕੇ ਫਿਰ ਗਾਉਣ ਵਾਲੇ ਨੂੰ ਕਰੋੜਾਂ ਯੱਗਾਂ ਦਾ ਫਲ ਮਿਲਦਾ ਹੈ। ਮੈਂ ਗਾ ਰਿਹਾ, ਤੁਸੀਂ ਉਹਨੂੰ ਸੁਣ ਰਹੇ ਹੋ, ਸੁਣ ਕੇ ਜਦ ਤੁਸੀਂ ਗਾਓਗੇ ਤੁਹਾਨੂੰ ਇੱਥੇ ਕਰੋੜਾਂ ਯੱਗਾਂ ਦਾ ਫਲ ਮਿਲ ਜਾਏਗਾ। ਯੱਗ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ, ਇੰਨਾ ਜਿਹੜਾ ਫਲ ਮਿਲਦਾ ਹੈ। ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ। ਸ਼ਾਬਾਸ਼, ਹੋਰ ਉੱਚੀ ਬੋਲੋ। ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ, ਸਤਿਗੁਰ ਮੰਤਰ ਦਿਓ ਹਰ ਨਾਮ। ਇਹ ਆਸਰ ਪੂਰਨ ਭੈ ਕਾਮ, 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 ਇਹ ਆਸਰ ਪੂਰਨ ਭੈ ਕਾਮ। ਇਸ ਲਈ ਭਾਈ ਗੁਰੂ ਮਹਾਰਾਜ ਤੋਂ ਗੁਰਮੰਤਰ ਲਓ, ਉਹ ਮਿਲੇਗਾ ਵਾਹਿਗੁਰੂ। ਫਿਰ ਵਾਹਿਗੁਰੂ ਜਪੋ ਅਤੇ ਤੁਹਾਡੇ ਕਾਰਜ ਰਾਸ ਹੋ ਜਾਣਗੇ। ਜ਼ਿੰਦਗੀ ਧੱਕੇ ਤੋੜੇ ਖਾਣ ਦੀ ਲੋੜ ਨਹੀਂ ਹੈਗੀ, ਦੇਸਾਂ ਪ੍ਰਦੇਸਾਂ 'ਚ ਭਟਕਣ ਦੀ ਲੋੜ ਨਹੀਂ। ਤੁਸੀਂ ਜਿੱਥੇ ਵੀ ਜਾਓਗੇ ਤੁਹਾਡੀ ਕਿਸਮਤ ਨਾਲ ਜਾਣੀ ਹੈ। ਜੇ ਤੁਸੀਂ ਇੱਥੇ ਬਦਕਿਸਮਤ ਹੋ, ਫਿਰ ਤੁਸੀਂ ਅਮਰੀਕਾ ਅਤੇ ਕੈਨੇਡਾ 'ਚ ਬਦਕਿਸਮਤ ਹੋ। ਜੇ ਇੱਥੇ ਖੁਸ਼ਕਿਸਮਤ ਹੋ, ਉੱਥੇ ਵੀ ਖੁਸ਼ਕਿਸਮਤ ਹੋ। ਕਿਸਮਤ ਤੁਹਾਡੇ ਨਾਲ ਜਾਣੀ ਹੈ। ਲੋਕ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਕਿਸਮਤ ਬਦਲਦੀ ਨਹੀਂ ਹੈ। ਕਿਸਮਤ ਆਪਣੇ ਯਤਨਾਂ ਨਾਲ ਨਹੀਂ ਬਦਲਿਆ ਕਰਦੀ, ਕਿਸਮਤ ਥਾਵਾਂ ਬਦਲਣ ਨਾਲ ਨਹੀਂ ਬਦਲਦੀ। ਆਮ ਕਹਾਵਤ ਹੈ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ, ਜਿਹੜੇ ਇੱਥੇ ਭੁੱਖੇ ਉਹ ਕੈਨੇਡਾ 'ਚ ਵੀ ਭੁੱਖੇ, ਜਿਹੜੇ ਇੱਥੇ ਨਸ਼ਈ ਉੱਥੇ ਕੈਨੇਡਾ 'ਚ ਵੀ ਨਸ਼ਈ, ਜਿਹੜੇ ਇੱਥੇ ਨਸ਼ੇ ਵੇਚਦੇ ਕੈਨੇਡਾ 'ਚ ਵੀ ਜਾ ਕੇ ਵੇਚਦੇ ਨੇ, ਜਿਹੜੇ ਇੱਥੇ ਚੋਰ ਨੇ ਉੱਥੇ ਵੀ ਜਾ ਕੇ ਚੋਰੀਆਂ ਕਰਦੇ ਨੇ। ਕਰਮ ਦੇ ਨਾਲ ਹੀ ਜਾਂਦੇ ਨੇ। ਮਨੁੱਖ ਆਪਣੇ ਕਰਮ ਬਦਲਣ ਲਈ ਤਿਆਰ ਨਹੀਂ, ਧੱਕੇ ਖਾਂਦਾ ਰਹਿੰਦਾ ਥਾਵਾਂ ਜਾ ਕੇ, ਪਰ ਉੱਥੇ ਕੀ ਹੋ ਜਾਏਗਾ, ਉੱਥੇ ਕੀ ਹੋ ਜਾਏਗਾ। ਹਾਂ, ਜਿਹੜੇ ਤੁਹਾਡੇ ਕਰਮ ਚੰਗੇ ਨੇ, ਫਿਰ ਜਿੱਥੇ ਵੀ ਜਾਓਗੇ ਉੱਥੇ ਮੌਜਾਂ ਰਹਿਣਗੀਆਂ। ਅਤੇ ਕਰਮ ਬਦਲਦੇ ਨੇ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ, ਉਂਝ ਨਹੀਂ ਬਦਲਦੇ ਕਿਸੇ ਵੀ ਤਰੀਕੇ ਨਾਲ। ਰੋਣ ਪਿੱਟਣ ਨਾਲ ਨਹੀਂ ਕਰਮ ਬਦਲਦੇ। ਤਾਂ ਗੁਰੂ ਮਹਾਰਾਜ ਸਾਨੂੰ ਸਮਝਾਇਆ, ਸਤਿਗੁਰ ਮੰਤਰ ਦਿਓ ਹਰ ਨਾਮ। ਗੁਰੂ ਨੇ ਹਰੀ ਦੇ ਨਾਮ ਦਾ ਮੰਤਰ ਦਿੱਤਾ। ਇਹ ਆਸਰ ਪੂਰਨ ਪਏ ਕਾਮ, ਇਹਦੇ ਆਸਰੇ ਸਾਡੇ ਸਾਰੇ ਕਾਰਜ ਪੂਰਨ ਹੋ ਗਏ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ। ਕਹਿੰਦੇ ਜਦੋਂ ਗੁਰੂ ਮਹਾਰਾਜ ਕਿਰਪਾਲੂ ਹੋ ਜਾਂਦੇ, ਗੁਰ ਕਿਰਪਾਲ, ਹਰ ਭਏ ਸਹਾਈ, ਹਰੀ ਸਹਾਇਤਾ 'ਤੇ ਆ ਜਾਂਦਾ ਹੈ। ਜਦੋਂ ਗੁਰੂ ਮਹਾਰਾਜ ਕਿਰਪਾਲੂ ਹੋ ਜਾਣ, ਫਿਰ ਹਰੀ ਸਹਾਇਤਾ ਕਰਦਾ ਹੈ।
ਜਦੋਂ ਫਿਰ ਹਰੀ ਸਹਾਇਤਾ ਕਰਦਾ ਫਿਰ ਕਹਿੰਦਾ ਜਪ ਤਪ ਸੰਜਮ। ਲੋਕ ਜਪ ਕਰਦੇ ਨੇ, ਤਪ ਕਰਦੇ ਨੇ, ਕਈ ਪ੍ਰਕਾਰ ਆਪਣੀ ਇੰਦਰੀਆਂ 'ਤੇ ਕੰਟਰੋਲ ਕਰਦੇ ਸੰਜਮ, ਕਾਹਦੇ ਲਈ ਵੀ ਸਾਨੂੰ ਵਡਿਆਈ ਮਿਲੇ। ਪਰ ਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਕਿਰਪਾਲ ਹੋ ਜਾਂਦੇ ਨੇ, ਪਰਮਾਤਮਾ ਸਹਾਈ ਹੁੰਦਾ ਹੈ, ਤਾਂ ਪਰਮਾਤਮਾ ਇਹਨਾਂ ਜਪ ਤਪ ਸੰਜਮ ਨਾਲੋਂ ਵੀ ਵੱਡੀ ਵਡਿਆਈ ਮਨੁੱਖ ਨੂੰ ਦੇ ਦਿੰਦਾ ਨਾਮ ਦੀ। ਜਿਹੜਾ ਨਾਮ ਜਪਦਾ ਨਾ ਉਹਨੂੰ ਕੋਈ ਜਪ ਤਪ ਸੰਜਮ ਕਰਨ ਦੀ ਲੋੜ ਨਹੀਂ। ਨਾ ਮੈਂ ਕਈ ਵਾਰੀ ਕਿਹਾ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਪਰਮਾਤਮਾ ਦੇ ਨਾਮ ਵਿੱਚ ਸਭ ਕੁਛ ਹੈ। ਬਸ ਜੋ ਵੀ ਤੁਸੀਂ ਸੰਸਾਰ ਦਾ ਚਾਹੁੰਦੇ ਹੋ ਤੁਹਾਨੂੰ ਨਾਮ ਜਪ ਜਪ ਕੇ ਮਿਲ ਜਾਏਗਾ। ਤੁਸੀਂ ਰਾਜਿਆਂ ਦੇ ਰਾਜੇ ਹੋ ਜਾਓਗੇ ਨਾਮ ਜਪਣ ਵਾਲੇ। ਨਾਮ 'ਚ ਇੰਨੀ ਤਾਕਤ ਹੈ, ਰਾਜਾ ਮਹਾਰਾਜੇ ਨੂੰ ਲੈ ਕੇ ਝੁਕਾ ਦਿੰਦਾ ਨਾਮ। ਇਸ ਲਈ ਭਾਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਮਾਨ ਮੋਹ ਖੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਗੁਰੂ ਨੇ ਕੀ ਕੀਤਾ? ਸਾਡੇ ਅੰਦਰੋਂ ਭਰਮ ਖਤਮ ਕਰਤਾ, ਮਾਨ ਹੰਕਾਰ ਖਤਮ ਕਰਤਾ, ਮੋਹ ਖਤਮ ਕਰਤਾ। ਪੇਖ ਨਾਨਕ ਪਸਰੇ ਪਾਰ ਬ੍ਰਹਮ। ਫਿਰ ਗੁਰੂ ਮਹਾਰਾਜ ਕਹਿੰਦੇ ਜਿੱਧਰ ਨੂੰ ਵੀ ਮਨੁੱਖ ਵੇਖਦਾ ਉਹਨੂੰ ਪਰਮਾਤਮਾ ਹੀ ਪਰਮਾਤਮਾ ਫੈਲਿਆ ਵਿਖਾਈ ਦਿੰਦਾ। ਅੰਦਰ ਭਰਮ ਹੈ, ਅੰਦਰ ਮੋਹ ਹੈ, ਅੰਦਰ ਹੰਕਾਰ ਹੈ, ਇਸ ਕਰਕੇ ਪਰਮਾਤਮਾ ਦਿਸਦਾ ਨਹੀਂ ਹੈ। ਅਤੇ ਗੁਰੂ ਮਹਾਰਾਜ ਇਹ ਤਿੰਨੋਂ ਚੀਜ਼ਾਂ ਹੀ ਆਪਣੇ ਸਿੱਖ ਦੀਆਂ ਖਤਮ ਕਰ ਦਿੰਦੇ ਨੇ। ਫਿਰ ਜਿੱਧਰ ਵੀ ਉਹ ਸਿੱਖ ਵੇਖਦਾ ਉਹਨੂੰ ਪਰਮਾਤਮਾ ਹੀ ਪਰਮਾਤਮਾ ਵਿਖਾਈ ਦਿੰਦਾ ਹੈ। ਗੌੜੀ ਮਹਿਲਾ ਪੰਜਵਾਂ। ਵਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ ਰਾਮ ਨਾਮ ਚਿਤਾਰੀ। ਵਿਖੇ ਰਾਜ, ਵਿਸ਼ੇ ਵਿਕਾਰਾਂ ਦੇ ਅਧੀਨ ਆ ਕੇ ਮਨੁੱਖ ਬਹੁਤ ਅੰਨਾ ਹੋ ਜਾਂਦਾ ਹੈ। ਉਹਨੂੰ ਪਤਾ ਹੀ ਲੱਗਦਾ ਮੈਂ ਜੋ ਕਰ ਰਿਹਾ ਠੀਕ ਹੈ ਕਿ ਗਲਤ ਹੈ। ਜਦ ਆਪਾਂ ਕੋਈ ਗਲਤ ਕਰ ਅੰਨਾ ਦਿਸਦਾ ਨਹੀਂ ਹੈ, ਦਿਸ ਤੇ ਰਿਹਾ ਹੁੰਦਾ, ਪਰ ਅਸੀਂ ਗਲਤ ਕੰਮ ਕੀਤਾ ਇਸ ਲਈ ਵਾਲਾ ਕਿਸੇ ਅੰਨਾ। ਜਦੋਂ ਵਿਸ਼ੇ ਵਿਕਾਰਾਂ ਦਾ ਮਨੁੱਖ ਦੇ ਉੱਤੇ ਰਾਜ ਹੋ ਜਾਂਦਾ ਹੈ, ਜੋ ਬੁਰਾਈਆਂ ਦੇ ਅਧੀਨ ਮਨੁੱਖ ਹੋ ਜਾਂਦਾ ਹੈ, ਉਹ ਤਾਂ ਐਂ ਸਮਝੋ ਬੜਾ ਵੱਡਾ ਅੰਨਾ ਹੈ। ਫਿਰ ਉਹਨੂੰ ਦੁੱਖ ਲੱਗਦਾ, ਬੁਰਾਈਆਂ 'ਚ ਦੁੱਖ ਹੈ, ਦੁੱਖ ਲੱਗੇ ਰਾਮ ਨਾਮ ਚਿਤਾਰੀ। ਫਿਰ ਜਦੋਂ ਉਹਨੂੰ ਦੁੱਖ ਲੱਗਦਾ, ਦੁਖੀ ਹੁੰਦਾ, ਫਿਰ ਰੱਬ ਨੂੰ ਯਾਦ ਕਰਦਾ, ਫਿਰ ਪਰਮਾਤਮਾ ਦਾ ਨਾਮ ਯਾਦ ਕਰਦਾ ਹੈ। ਕਿ ਉਂਝ ਨਹੀਂ ਛੇਤੀ ਛੇਤੀ ਕਰਦਾ। ਤੇਰੇ ਦਾਸ ਕੋ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ। ਹੇ ਪਰਮਾਤਮਾ, ਤੇਰੇ ਦਾਸ ਦੇ ਲਈ ਤੂੰ ਹੀ ਵਡਿਆਈ ਹੈ, ਤੇਰੇ ਨਾਮ ਦੀ ਵਡਿਆਈ ਹੈ। ਤੇਰੇ ਦਾਸ ਲਈ ਵਡਿਆਈ ਤੇਰੇ ਨਾਮ ਦੀ ਵਡਿਆਈ ਹੈ। ਮਾਇਆ ਮਗਨ, ਜਿਹੜੇ ਮਾਇਆ 'ਚ ਮਸਤ ਨੇ, ਨਰਕ ਲੈ ਜਾਈ। ਮਾਇਆ ਦੀ ਮਸਤੀ ਮਨੁੱਖ ਨੂੰ ਨਰਕਾਂ 'ਚ ਲੈ ਜਾਂਦੀ ਹੈ। ਕਿਉਂ ਨਾਮ ਨਹੀਂ ਜਪਦਾ? ਮਾਇਆ ਦੀ ਖਾਤਰ ਫਿਰ ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਰਿਸ਼ਵਤਾਂ ਲੈਂਦਾ, ਪਤਾ ਨਹੀਂ ਕੀ ਕੁਛ ਕਰਦਾ। ਇਸ ਲਈ ਫਿਰ ਨਰਕਾਂ ਨੂੰ ਜਾਂਦਾ। ਜਿਹੜਾ ਪਰਮਾਤਮਾ ਦਾ ਦਾਸ ਹੈ ਉਹ ਨਾਮ ਜਪਦਾ, ਉਹਨੂੰ ਪਰਮਾਤਮਾ ਦਰ ਤੋਂ ਵਡਿਆਈ ਮਿਲਦੀ ਹੈ। ਅਤੇ ਜਿਹੜਾ ਮਾਇਆ 'ਚ ਮਸਤ ਹੈ ਉਹ ਮਾਇਆ ਦੀ ਮਸਤੀ ਉਹਨੂੰ ਨਰਕਾਂ ਲੈ ਜਾਂਦੀ ਹੈ। ਰੋਗ ਗ੍ਰਸਤ, ਇਹਨੂੰ ਗਿਰਸਤ ਨਹੀਂ ਪੜ੍ਹਨਾ, ਖਿਆਲ ਰੱਖਣਾ, ਰਾਰੇ 'ਤੇ ਅਧਿਕ ਲਾ ਕੇ ਪੜ੍ਹਨੀ। ਗ੍ਰਸਤ ਹੁੰਦਾ ਫਸਿਆ ਹੋਇਆ। ਰੋਗ ਗ੍ਰਸਤ ਚਿਤਾਰੇ ਨਾਉ, ਵਿਖ ਮਾਤੇ ਕਾ ਠੌਰ ਨਾ ਠਾਉ। ਜਦੋਂ ਮਨੁੱਖ ਰੋਗਾਂ 'ਚ ਫਸ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸ ਜਾਂਦਾ, ਫਿਰ ਰੱਬ ਯਾਦ ਕਰਦਾ, ਚਿਤਾਰੇ ਨਾਉ, ਫਿਰ ਨਾਮ ਯਾਦ ਕਰਦਾ। ਕਿਉਂ ਇਹ ਫਸਿਆ ਹੋਈ ਮਾਰ ਖਾਂਦਾ। ਮੈਂ ਦੇਖਿਆ ਬੰਦਾ ਫਸਿਆ ਹੋਈ ਮਾਰ ਖਾਂਦਾ, ਹੁਣ ਜੇ ਨਾਮ ਜਪਣ ਨੂੰ ਤਿਆਰ ਨਹੀਂ ਤਾਂ ਵੱਡੇ ਭਾਗ ਹੋਣ, ਫਿਰ ਜਿਹੜਾ ਹੈ ਇਹਨੂੰ ਸੋਝੀ ਆਉਂਦੀ ਹੈ ਕਿ ਮੈਂ ਤਾਂ ਆਈ ਨਾਮ ਜਪਣ। ਜੇ ਬਾਣੀ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨ ਪ੍ਰਾਣੀ। ਹੇ ਪ੍ਰਾਣੀ, ਤੂੰ ਤੇ ਬਾਣੀ ਪੜ੍ਹਨ ਤੇ ਸੁਣ ਲਈ ਆਇਆ। ਅਸੀਂ ਬਾਣੀ ਪੜ੍ਹਨ ਸੁਣ ਲਈ ਆਇਆ। ਆਇਓ ਸੁਣਨ ਪੜ੍ਹਨ ਕੋ ਬਾਣੀ,
ਨਾਮ ਵਿਸਾਰ, ਨਾਮ ਨੂੰ ਭੁਲਾ ਕੇ ਲੱਗੇ ਅਨ ਲਾਲਚ। ਹੇ ਪ੍ਰਾਣੀ ਤੂੰ ਹੋਰ ਲਾਲਚਾਂ 'ਚ ਲੱਗਿਆ ਹੈ। ਬਿਰਥਾ ਜਨਮ ਪ੍ਰਾਣੀ, ਹੇ ਪ੍ਰਾਣੀ ਤੇਰਾ ਜਨਮ ਹੀ ਵਿਅਰਥ ਜਾ ਰਿਹਾ ਹੈ। ਸੋ ਅਸੀਂ ਬਾਣੀ ਪੜ੍ਹਨ ਸੁਣਨ ਆਏ ਹਾਂ, ਨਾਮ ਜਪਣ ਆਏ ਹਾਂ। ਆਇਓ ਸੁਨਨ ਪੜਨ ਕੋ ਬਾਣੀ, ਆਇਓ ਸੁਨਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਨਨ ਪੜਨ ਕੋ ਬਾਣੀ, ਆਇਓ ਸੁਨਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ। ਨਾਮ ਵਿਸਾਰ ਲੱਗੈ ਅਨ ਲਾਲਚ, ਨਾਮ ਵਿਸਾਰ ਲੱਗੈ ਅਨ ਲਾਲਚ, ਨਾਮ ਵਿਸਾਰ ਲਗੈ ਅਨ ਲਾਲਚ, ਨਾਮ ਵਿਸਾਰ ਲਗੈ ਅਨ ਲਾਲਚ। ਬਿਰਥਾ ਜਨਮ ਪ੍ਰਾਣੀ, ਬਿਰਥਾ ਜਨਮ ਪ੍ਰਾਣੀ। ਬਿਰਥਾ ਜਨਮ ਪ੍ਰਾਣੀ, ਬਿਰਥਾ ਜਨਮ ਪ੍ਰਾਣੀ। ਇਸ ਲਈ ਭਾਈ ਬਾਣੀ ਪੜ੍ਹਿਆ ਕਰੋ, ਸੁਣਿਆ ਕਰੋ, ਨਾਮ ਜਪਿਆ ਕਰੋ, ਨਹੀਂ ਤਾਂ ਜਨਮ ਵਿਅਰਥ ਚਲਿਆ ਜਾਏਗਾ। ਅਤੇ ਅਸੀਂ ਇੱਥੇ ਜਨਮ ਵਿਅਰਥ ਕਰਨ ਨਹੀਂ ਆਏ। ਜਦ ਪੰਜਾਬ ਦੇ ਲੋਕਾਂ ਨੂੰ, ਖਾਸ ਕਰ ਯੂਥ ਨੂੰ ਜਦੋਂ ਮੈਂ ਦੇਖਦਾ ਤਾਂ ਜਨਮ ਵਿਅਰਥ ਕਰਨ ਆਏ ਨੇ। ਨਾ ਇਹ ਪੜ੍ਹਾਈ ਕਰਦੇ ਨੇ, ਨਾ ਮਾਂ ਪਿਓ ਦੇ ਆਖੇ ਲੱਗਦੇ ਨੇ, ਬਸ ਅਵਾਰਾਗਰਦੀ 'ਤੇ ਲੱਗੇ ਹੋਏ ਹਨ। ਜਨਮ ਹੀ ਵਿਅਰਥ ਜਾ ਰਿਹਾ ਹੈ। ਗੁਰੂ ਮਹਾਰਾਜ ਕਹਿੰਦੇ ਰੋਗ ਗ੍ਰਸਤ ਚਿਤਾਰੇ ਨਾਮ। ਜਦੋਂ ਮਨੁੱਖ ਰੋਗਾਂ 'ਚ ਫਸ ਜਾਂਦਾ ਫਿਰ ਨਾਮ ਜਪਦਾ। ਬਿਖ ਮਾਤੇ ਕਾ ਠੌਰ ਨਾ ਠੌਂ। ਬਿਖ ਹੁੰਦਾ ਵਿਸ਼ੇ ਵਿਕਾਰ, ਬਿਖ ਮੈਨੇ ਜ਼ਹਿਰ ਵੀ ਹੁੰਦਾ, ਇੱਥੇ ਵਿਸ਼ੇ ਵਿਕਾਰ ਬੁਰਾਈਆਂ। ਜਿਹੜਾ ਵਿਸ਼ੇ ਵਿਕਾਰ 'ਚ ਮਾਤੇ ਮਸਤ ਹੈ, ਕਾ ਠੌਰ ਨਾ ਠੌਂ, ਉਹਨੂੰ ਤਾਂ ਕੋਈ ਟਿਕਾਣਾ ਹੀ ਨਹੀਂ ਮਿਲਦਾ ਹੈ। ਉਹ ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ ਭਟਕਦਾ ਰਹਿੰਦਾ ਹੈ। ਉਹ ਮੁਕਤ ਹੁੰਦਾ ਹੀ ਨਹੀਂ ਹੈ। ਜੋ ਮੁਕਤ ਹੋਵੇ ਤਾਂ ਇੱਕ ਥਾਂ 'ਤੇ ਟਿਕੇ ਨਾ। ਇਸ ਲਈ ਜਿਹੜਾ ਚਲੋ ਭਾਵੇਂ ਰੋਗ 'ਚ ਫਸ ਗਿਆ, ਨਾਮ 'ਤੇ ਜਪਿਆ ਨਾ, ਕਿਸੇ ਤਰੀਕੇ ਨਾਲ ਹੀ ਜਪਿਆ। ਇੱਕ ਵਿਸ਼ੇ ਵਿਕਾਰ 'ਚ ਲੱਗਿਆ ਹੈ, ਮਸਤ ਹੈ, ਨਾਮ ਜਪਦਾ ਹੀ ਨਹੀਂ ਹੈ, ਉਹਨੂੰ ਫਿਰ ਕੋਈ ਥਾਂ ਟਿਕਾਣਾ ਨਹੀਂ ਮਿਲਦਾ। ਇਸ ਲਈ ਜੂਨੀਆਂ 'ਚ ਭਟਕਦਾ ਰਹਿੰਦਾ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇਂ ਚੀਤ। ਚਰਨ ਕਮਲ, ਪਰਮਾਤਮਾ ਦੇ ਚਰਨ ਕਮਲ ਜਿਹਦਾ ਪਿਆਰ ਪੈ ਗਿਆ ਨਾ, ਸਿਉ ਲਾਗੀ ਪ੍ਰੀਤ, ਜਿਹਦੀ ਪ੍ਰੀਤ, ਜਿਹਦਾ ਪਿਆਰ ਪਰਮਾਤਮਾ ਦੇ ਚਰਨ ਕਮਲਾਂ ਨਾਲ ਹੈ। ਇੱਥੇ ਚਰਨ ਕਮਲ ਤੋਂ ਮਤਲਬ ਪਰਮਾਤਮਾ ਦਾ ਨਾਮ। ਕਿਤੇ ਉਹਦੇ ਪੈਰ ਲੱਭਦੇ ਫਿਰੋ। ਪਰਮਾਤਮਾ ਦੇ ਪੈਰ ਨਹੀਂ ਹੁੰਦੇ ਕੋਈ, ਕਿਉਂਕਿ ਉਹ ਵਿਅਕਤੀ ਨਹੀਂ ਹੈ, ਉਹ ਤਾਂ ਸ਼ਕਤੀ ਹੈ। ਜੇ ਵਿਅਕਤੀ ਹੁੰਦਾ ਫਿਰ ਜ਼ਰੂਰ ਸਤਯੁਗ ਤੋਂ ਲੈ ਕੇ ਹੁਣ ਜਿੰਨੇ ਮਹਾਤਮਾ ਹੁੰਦੇ ਦੱਸ ਦਿੰਦੇ, 2 ਪੈਰਾਂ ਵਾਲਾ, 4 ਪੈਰਾਂ ਵਾਲਾ, ਲੰਮਾ ਛੋਟਾ ਮੋਟਾ, ਕੋਈ ਕੀ ਹੈ ਉਹ। ਇਹ ਸਮਝਾਉਣ ਦਾ ਦੱਸਿਆ ਹੋਇਆ। ਜਿਹਦੀ ਪਰਮਾਤਮਾ ਦੇ ਨਾਮ ਨਾਲ ਪਿਆਰ ਪੈ ਗਿਆ ਨਾ, ਜਿਹਦਾ ਆਨ ਸੁਖਾ ਨਹੀਂ ਆਵੇਂ ਚੀਤ, ਉਹਨੂੰ ਹੋਰ ਸੁੱਖ ਤਾਂ ਯਾਦ ਹੀ ਨਹੀਂ ਆਉਂਦੇ। ਕਿਉਂਕਿ ਪਰਮਾਤਮਾ ਦੇ ਪਿਆਰ ਵਿੱਚ ਇੰਨਾ ਸੁੱਖ ਹੈ ਕਿ ਉਹਨੂੰ ਹੋਰ ਕੋਈ ਸੁੱਖ ਹੀ ਨਹੀਂ ਚਾਹੀਦਾ ਹੁੰਦਾ। ਜੇ ਤਾਂ ਆਪਾਂ ਨੂੰ ਇੱਕ ਅੱਧਾ ਸੁੱਖ ਮਿਲਿਆ ਹੋਵੇ, ਆਪਾਂ ਹੋਰ ਸੁੱਖਾਂ ਨੂੰ ਯਾਦ ਕਰਦੇ ਰਹਿੰਦੇ। ਪਰਮਾਤਮਾ ਦੇ ਨਾਮ 'ਚ ਜਿਹਦਾ ਪਿਆਰ ਪੈਦਾ ਹੁੰਦਾ ਹੈ, ਉਹ ਇੰਨਾ ਸੁਖੀ ਹੋ ਜਾਂਦਾ ਹੈ ਕਿ ਉਹ ਹੋਰ ਸੁੱਖ ਉਸ ਨੂੰ ਕੋਈ ਯਾਦ ਹੀ ਨਹੀਂ ਆਉਂਦਾ। ਸਦਾ ਸਦਾ ਸਿਮਰੋਂ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰਜਾਮੀ। ਹੇ ਪਰਮਾਤਮਾ, ਮੈਂ ਤਾਂ ਸਦਾ ਹੀ ਤੇਰਾ ਸਿਮਰਨ ਕਰਦਾ ਹਾਂ। ਅਤੇ ਗੁਰੂ ਮਹਾਰਾਜ ਕਹਿੰਦੇ, ਹੇ ਅੰਤਰਜਾਮੀ ਪਰਮਾਤਮਾ, ਹੁਣ ਤੁਸੀਂ ਸਾਨੂੰ ਮਿਲੋ। ਮਿਲ ਲੱਲੇ ਨੌਕਰ ਪੈ ਮਿਲੋ, ਹੁਣ ਤੁਸੀਂ ਸਾਨੂੰ ਮਿਲੋ। ਕਿਉਂਕਿ ਜਿਹੜਾ ਨਾਮ ਜਪਦਾ ਰਹਿੰਦਾ, ਉਹਦੀ ਫਿਰ ਇੱਛਾ ਹੁੰਦੀ ਪਰਮਾਤਮਾ ਮੈਨੂੰ ਮਿਲੇ। ਪਰਮਾਤਮਾ ਨੂੰ ਮਿਲਣ ਲਈ ਹੀ ਅਸੀਂ ਨਾਮ ਜਪਦੇ ਹਾਂ। ਅਸੀਂ ਜਿਹੜਾ ਨਾਮ ਜਪਦੇ ਉਹਦਾ ਉਦੇਸ਼ ਹੈ ਕਿ ਇੱਕ ਦਿਨ ਸਾਨੂੰ ਪਰਮਾਤਮਾ ਮਿਲੇ, ਇਸ ਲਈ ਨਾਮ ਜਪਦੇ। ਬਾਕੀ ਲਾਭ ਤਾਂ ਹੋ ਹੀ ਜਾਂਦੇ ਨੇ। ਸਿਆਣੇ ਕਹਿੰਦੇ ਨੇ, ਇੱਕ ਰੁੱਖ 100 ਸੁੱਖ। ਤੁਸੀਂ ਅੰਬ ਦਾ ਦਰਖਤ ਲਾਇਆ, ਕਿਉਂ ਲਾਇਆ ਬਈ? ਅੰਬ ਖਾਣ ਲਈ। ਇੱਕ ਸੁੱਖ ਲਈ ਲਾਇਆ ਨਾ, ਪਰ ਦਰਖਤ ਦੇ 100 ਸੁੱਖ, 99 ਤਾਂ ਉਂਝ ਹੀ ਮਿਲ ਗਏ।
ਹਰਿਆਵਲ ਮਿਲ ਗਈ, ਆਕਸੀਜਨ ਮਿਲ ਗਈ, ਸੁੰਦਰਤਾ ਮਿਲ ਗਈ, ਫੁੱਲ ਮਿਲ ਗਏ, ਪੱਤੇ ਮਿਲ ਗਏ, ਖਾਦ ਮਿਲ ਗਈ, ਕਿੰਨਾ ਕੁਝ ਮਿਲ ਗਿਆ, ਛਾਂ ਮਿਲ ਗਈ, ਅਤੇ ਅੰਬ ਤਾਂ ਮਿਲਣੇ ਹੀ ਮਿਲਣੇ। ਸੋ ਜਦੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਕਰਦੇ ਹਾਂ, ਸਿਮਰਨ ਭਾਵੇਂ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਪਰ ਬਾਕੀ ਕਾਰਜ ਵੈਸੇ ਹੀ ਰਾਸ ਹੁੰਦੇ ਰਹਿੰਦੇ ਨੇ। ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਅਤੇ ਗੁਰਬਾਣੀ ਕਹਿੰਦੀ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤ। ਜੋ ਜਨ ਤੁਮਰੀ ਭਗਤ ਕਰਨ ਤੇ, 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 ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ। ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ। ਭਜਨ ਬੰਦਗੀ ਕੀਤੀ ਪਰਮਾਤਮਾ ਦੀ ਪ੍ਰਾਪਤੀ ਲਈ, ਕਾਰਜ ਵੈਸੇ ਸੰਵਰ ਗਏ, ਕਾਰਜ ਵੈਸੇ ਹੀ ਸੰਵਰ ਗਏ। ਇਸ ਲਈ ਭਜਨ ਬੰਦਗੀ ਕਰਦੇ ਰਹੀਦਾ ਹੁੰਦਾ ਹੈ, ਆਪੇ ਪਰਮਾਤਮਾ ਕਾਰਜ ਸਵਾਰ ਦਿੰਦਾ। ਗੁਰਬਾਣੀ 'ਚ ਜੋ ਗੱਲ ਲਿਖੀ ਉਹਨੂੰ ਗਰੰਟੀ ਸਮਝਣਾ, ਡਾਊਟ ਨਹੀਂ ਕਰਨਾ ਕੋਈ ਵੀ ਪਤਾ ਨਹੀਂ ਕਾਰਜ ਸਵਾਰੇਗਾ ਕਿ ਨਹੀਂ ਸਵਾਰੇਗਾ। ਜੋ ਗੁਰਬਾਣੀ ਲਿਖਿਆ ਇਹਨੂੰ ਗਰੰਟੀ ਸਮਝਣੀ ਵੀ ਜੇ ਮੈਂ ਭਜਨ ਬੰਦਗੀ ਕਰਾਂਗਾ ਪਰਮਾਤਮਾ ਮੇਰੇ ਕਾਰਜ ਸਵਾਰੇਗਾ। ਬਸ ਗੌੜੀ ਮਹਿਲਾ ਪੰਜਵਾਂ। ਆਠ ਪੈਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲੈ ਨਿਵਾਰੇ। ਬਟਵਾਰੇ ਹੁੰਦੇ ਡਾਕੂ, ਜਿਹੜੇ ਰਾਹਾਂ 'ਚ ਖੜ੍ਹ ਜਾਂਦੇ ਨੇ, ਬੰਦੂਕ ਡਾਂਗ ਲੈ ਕੇ, ਲਿਆ ਜੋ ਕਿ ਤੇਰੇ ਕੋਲ ਹੈ, ਧਰ ਦੇ, ਨਹੀਂ ਮਾਰ ਦਾਂਗਾ, ਲੁੱਟ ਲੈਂਦੇ ਨੇ, ਉਹ ਡਾਕੂ ਹੁੰਦੇ ਨੇ। ਇਹ 5 ਡਾਕੂ ਨੇ ਸਾਡੇ ਨਾਲ ਲੱਗੇ ਹੋਏ, ਇੱਕ ਦਾ ਵੀ ਨਹੀਂ ਹੈ। 5 ਡਾਕੂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ 5 ਡਾਕੂ ਨੇ। 8 ਪੈਰ ਸੰਗੀ, 8 ਪੈਰ ਸਾਡੇ ਨਾਲ ਰਹਿੰਦੇ ਨੇ, ਚਾਹੇ ਅਸੀਂ ਸੁੱਤੇ ਹੋਈਏ, ਸੁਪਨਿਆਂ 'ਚ ਹੀ ਮਾੜੇ ਕੰਮ ਕਰਾਉਂਦੇ ਸਾਡੇ ਤੋਂ। ਇਹ ਲੱਗੇ, ਇਹ ਖੜਨ ਛੜਦੇ ਦਿਨ ਰਾਤ ਲੱਗੇ ਰਹਿੰਦੇ ਨੇ। 8 ਪੈਰ ਸੰਗੀ ਬਟਵਾਰੇ, 8 ਪੈਰ ਇਹ 5 ਡਾਕੂ ਸਾਡੇ ਨਾਲ ਰਹਿੰਦੇ ਨੇ। ਕਰ ਕਿਰਪਾ ਪ੍ਰਭ ਲੈ ਨਿਵਾਰੇ, ਪਰਮਾਤਮਾ ਨੇ ਕਿਰਪਾ ਕੀਤੀ, ਇਹਨਾਂ ਨੂੰ ਮੇਰੇ ਤੋਂ ਦੂਰ ਕਰਤਾ, ਛੁਟਕਾਰਾ ਕਰਤਾ। ਨਿਵਾਰਨਾ ਹੁੰਦਾ ਦੂਰ ਕਰਨਾ, ਦੁੱਖ ਨਿਵਾਰਨ ਸਾਹਿਬ, ਦੁੱਖ ਨੂੰ ਦੂਰ ਕਰਨ ਵਾਲਾ। ਪਰਮਾਤਮਾ ਨੇ ਇਹ ਫਿਰ ਕਿਰਪਾ ਕੀਤੀ, ਇਹ ਸਾਡੇ ਤੋਂ ਦੂਰ ਕਰਤੇ 5। ਉਹਨੇ ਕਿਉਂ ਕਿਰਪਾ ਕੀਤੀ? ਨਾਮ ਜਪਿਆ ਸੀ, ਅਸੀਂ ਨਾਮ ਜਪਿਆ ਉਦੋਂ। ਪਰਮਾਤਮਾ ਜਦੋਂ ਅਸੀਂ ਨਾਮ ਜਪਦੇ ਨਾ, ਸਾਡੀ ਪਰਮਾਤਮਾ ਦੋਸਤੀ ਹੋ ਜਾਂਦੀ ਹੈ। ਫਿਰ ਉਹ ਬੜਾ ਜ਼ਬਰਦਸਤ ਦੋਸਤ ਹੈ। ਫਿਰ ਇੱਕ ਦੋਸਤ ਦੂਜੇ ਦੋਸਤ ਨੂੰ ਦੁਖੀ ਹੋਣਾ ਨਹੀਂ ਵੇਖ ਸਕਦਾ ਹੁੰਦਾ। ਫਿਰ ਪਰਮਾਤਮਾ ਜਿਹੜਾ ਹੈ ਸਾਡੇ ਸਭ ਕੁਝ ਦੂਰ ਕਰ ਦਿੰਦਾ। ਐਸਾ ਹਰ ਰਸ ਰਮੋ ਸਭ ਕੋਏ, ਸਰਬ ਕਲਾਂ ਪੂਰਨ ਪ੍ਰਭ ਸੋਏ। ਇਹ ਨਾਮ ਦੇ ਵਿੱਚ ਰਸ ਹੈ, ਰਮੋ ਸਭ ਕੋਏ। ਇਸ ਲਈ ਭਾਈ ਸਾਰੇ ਪਰਮਾਤਮਾ ਦਾ ਨਾਮ ਜਪੋ, ਸਾਰੇ ਪਰਮਾਤਮਾ ਦਾ ਕਹਿੰਦੇ ਨਾਮ ਜਪੋ। ਇਹ 'ਚ ਰਸ ਹੈ, ਇਹ 'ਚ ਆਨੰਦ ਹੈ। ਕਿਸ ਪਰਮਾਤਮਾ ਦਾ? ਸਰਬ ਕਲਾਂ ਪੂਰਨ ਪ੍ਰਭ ਸੋਏ। ਪਰਮਾਤਮਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਕ੍ਰਿਸ਼ਨ ਭਗਵਾਨ ਨੂੰ 16 ਕਲਾਂ ਸੰਪੂਰਨ ਕਿਹਾ ਹੈ। ਰਾਮਚੰਦਰ ਜੀ ਨੂੰ 14 ਕਲਾਂ ਸੰਪੂਰਨ ਕਿਹਾ ਗਿਆ ਹੈ। ਉਹ 2 ਕਲਾਵਾਂ ਕਿਉਂ ਘੱਟ ਸਨ ਕਿ ਜਦੋਂ ਉਹਨਾਂ ਦੀ ਪਤਨੀ ਨੂੰ ਚੱਕ ਕੇ ਲੈ ਗਏ ਰਾਵਣ, ਉਹ ਰੋਣ ਲੱਗ ਪਏ, ਉਹ ਰੋਣ ਲੱਗ ਪਏ। ਇਹਦਾ ਮਤਲਬ ਅਜੇ ਉਹ ਪੂਰਨ ਨਹੀਂ ਸੀ ਹੋਏ। ਬ੍ਰਹਮ ਗਿਆਨੀ ਰੋਇਆ ਨਹੀਂ ਕਰਦਾ ਹੈ। 10ਵੇਂ ਪਾਤਸ਼ਾਹ ਦੇ ਸਾਹਮਣੇ ਦੋਨੋਂ ਵੱਡੇ ਸਾਹਿਬਜ਼ਾਦੇ ਲੜਦੇ ਲੜਦੇ ਸ਼ਹੀਦ ਹੋ ਗਏ ਨੇ, ਅਤੇ 10ਵੇਂ ਪਾਤਸ਼ਾਹ ਨੇ ਧੰਨਵਾਦ ਕੀਤਾ ਪਰਮਾਤਮਾ ਦਾ। ਹੇ ਪਰਮਾਤਮਾ, ਤੇਰਾ ਬਹੁਤ ਬਹੁਤ ਧੰਨਵਾਦ ਹੈ, ਮੇਰੇ ਦੋਨੋਂ ਸਾਹਿਬਜ਼ਾਦੇ ਤੁਹਾਡੇ ਚਰਨਾਂ 'ਚ ਸਹੀ ਸਲਾਮਤ ਪਹੁੰਚ ਗਏ ਨੇ।
ਅੱਜ ਫੌਜ ਦੇ ਵਿੱਚ ਕੋਈ ਮਾਰਿਆ ਜਾਂਦਾ ਹੈ, ਜਦੋਂ ਡੈੱਡ ਬੋਡੀ ਘਰ ਆਉਂਦੀ ਕਿਵੇਂ ਰੋਂਦੇ ਪਿੱਟਦੇ ਨੇ। ਉਹਨਾਂ ਨੂੰ ਭੁੱਲ ਹੀ ਜਾਂਦਾ ਕਿ ਫੌਜ ਦੇ ਵਿੱਚ ਤਾਂ ਭੇਜੀ ਸਰਕਾਰ ਨੇ ਮਰਨ ਲਈ ਸੀ, ਹੋਰ ਉਹਨਾਂ ਤੋਂ ਕੀ ਕਰਾਉਣਾ ਜੀ। ਉਹ ਤਨਖਾਹ ਹੀ ਐਸੇ ਕੰਮ ਦਿੰਦੇ ਵੀ ਜਦੋਂ ਤੁਹਾਨੂੰ ਮਰਨਾ ਪਏਗਾ ਤਾਂ ਮਰਨ ਲਈ ਤਿਆਰ ਰਹਿਣਾ ਬਸ। ਅਤੇ ਜਿਹੜਾ ਮਰਨ ਤੋਂ ਡਰਦੇ ਉਹਨੂੰ ਫੌਜ ਜਾਣ ਦੀ ਲੋੜ ਨਹੀਂ, ਇਹ ਦੱਸਣਾ ਮੈਂ ਤਾਂ ਉੱਥੇ ਮਰਨਾ ਬਸ। ਅਤੇ ਕਹਿਣਾ ਚਾਹੀਦਾ ਸਾਡਾ ਪੁੱਤਰ ਸ਼ਹੀਦ ਹੋਇਆ ਹੈ, ਪਰ ਉਹ ਕੌਣ ਇੰਨੇ ਜੇਰੇ ਵਾਲਾ ਹੁੰਦਾ। ਤਾਂ ਉਹਨਾਂ ਨੇ 14 ਕਲਾਂ ਸੰਪੂਰਨ ਕਿਹਾ ਕਿ ਉਹ ਰੋਣ ਲੱਗ ਪਏ। ਹੁਣ ਕਬੀਰ ਸਾਹਿਬ ਦੀ ਘਰ ਵਾਲੀ ਜਦੋਂ ਬਾਜ਼ਾਰ ਸੌਦਾ ਖਰੀਦੀ, ਸੋਹਣੀ ਬੜੀ ਸੀ, ਬੜੀ ਭਜਨਬੰਦੀ ਸੀ ਮਾਈ ਲੋਈ ਦੀ। ਇੱਕ ਦੁਕਾਨਦਾਰ ਜਦੋਂ ਲੰਘਿਆ ਕਰਾਂ ਕੋਲੋਂ ਦੀ, ਕਹਿੰਦੇ ਮੇਰੇ ਕੋਲ ਵੀ ਰਾਤ ਰਹਿ ਜਾ, ਐਂ ਕਿਹਾ ਕਰ। ਇੱਕ ਵਾਰੀ ਪੰਡਤਾਂ ਨੇ ਕੀ ਕੀਤਾ, ਢੰਡੋਰਾ ਪਿੱਟਤਾ ਕਿ ਕੱਲ੍ਹ ਨੂੰ ਕਬੀਰ ਸਾਹਿਬ ਬਹੁਤ ਵੱਡਾ ਯੱਗ ਕਰ ਰਹੇ ਨੇ, ਸਾਰੇ ਸ਼ਹਿਰ ਦੇ ਪੰਡਤ ਪਹੁੰਚੋ ਬਈ। ਉਹ ਢੰਡੋਰਾ ਸੁਣਿਆ, ਮਾਈ ਲੋਈ ਕਹਿੰਦੀ ਵੀ ਘਰ 'ਤੇ ਕੱਖ ਵੀ ਨਹੀਂ, ਇੱਥੇ 100-150 ਬੰਦਾ ਆ ਜਾਏਗਾ, ਆਪਾਂ ਕਿੱਥੋਂ ਖਵਾਵਾਂਗੇ। ਉੱਧਰੋਂ ਮੀਂਹ ਪੈ ਰਿਹਾ ਬੜੇ ਜ਼ੋਰ ਦੀ, ਕਹਿੰਦੇ ਤੁਸੀਂ ਮੈਨੂੰ ਨਾ ਮੋਢਿਆਂ 'ਤੇ ਚੱਕ ਲਓ, ਮੈਂ ਉੱਤੇ ਕੱਪੜਾ ਲੈ ਲੈਣਾ, ਖੇਤ ਦੀ ਮੁੱਕਲ ਮਾਰ ਲੈਣੇ ਆ, ਅੱਜ ਮੈਂ ਉਹਦੇ ਕੋਲ ਜਾ ਕੇ ਆਉਣੀ ਆ, ਜਿਹੜਾ ਕਹਿੰਦਾ ਸੀ ਮੇਰੇ ਕੋਲ ਰਾਤ ਰਹਿ ਜਾਓ, ਵੀ ਪੈਸੇ ਲੈ ਕੇ ਆਵਾਂਗੀ ਤਾਂ ਜੋ ਆਪਾਂ ਭੋਜਨ ਪੰਡਤਾਂ ਨੂੰ ਖਵਾ ਸਕੀਏ। ਜਦੋਂ ਬਰਾਂਡੇ 'ਚ ਪਹੁੰਚੀ, ਕੰਬਲ ਉਹਨਾਂ ਨੇ ਦੇ ਦਿੱਤਾ ਕਬੀਰ ਸਾਹਿਬ ਨੂੰ, ਤੁਸੀਂ ਲੈ ਲਓ ਜੀ। ਕਬੀਰ ਸਾਹਿਬ ਚਲੇ ਗਏ। ਜਦੋਂ ਮਾਈ ਲੋਈ ਨੇ ਆਵਾਜ਼ ਮਾਰੀ, ਸੇਠ ਬਾਹਰ ਨਿਕਲਿਆ, ਉਹ ਦੇਖਦਾ ਵੀ ਇੰਨਾ ਮੀਂਹ ਪੈ ਰਿਹਾ ਤੇ ਸੁੱਕੀ ਹੈ, ਵੀ ਇੰਨਾ ਮੀਂਹ ਪੈ ਰਿਹਾ ਇਹ ਸੁੱਕੀ ਹੈ। ਕਹਿੰਦੇ ਤੂੰ ਲੋਈ ਤੂੰ ਸੁੱਕੀ ਕਿਵੇਂ ਆ ਗਈ ਹੈ? ਕਹਿੰਦੀ ਮੈਨੂੰ ਭਗਵਾਨ ਲੈ ਕੇ ਆਇਆ। ਜਦੋਂ ਅੱਖਾਂ 'ਚ ਅੱਖਾਂ ਪਾ ਕੇ ਤੱਕਿਆ ਨਾ ਸੇਠ ਨੇ, ਧਰਮ ਕਰਕੇ ਚਰਨਾਂ 'ਤੇ ਡਿੱਗ ਪਿਆ। ਕਹਿੰਦਾ ਮਾਤਾ ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਚੁੱਕੀ, ਹੋ ਜਾਣੀ ਸੀ, ਮੈਨੂੰ ਮਾਫ਼ ਕਰ ਦਿਓ। ਉਹ ਐਂ ਕਹਿੰਦਾ ਰਿਹਾ ਅਤੇ ਮਾਈ ਲੋਈ ਵਾਪਸ ਆ ਗਈ। ਇੰਨੀ ਕਮਾਈ ਹੁੰਦੀ ਹੈ। ਨਹੀਂ ਤਾਂ ਜੇ ਘਰ ਵਾਲੇ ਨਾ ਵਿਸ਼ਵਾਸ ਹੁੰਦਾ ਆਪਣੀ ਘਰ ਵਾਲੀ 'ਤੇ, ਕਹਿੰਦਾ ਕੀ ਗੱਲ ਹੈ ਇਹ ਕੰਮ ਕਰਨਾ। ਹੁਣ ਉਹਨੂੰ ਪਤਾ ਸੀ ਮੇਰੀ ਘਰ ਵਾਲੀ ਇੰਨੀ ਚਰਿੱਤਰਵਾਨ ਹੈ ਕਿ ਅਸੀਂ ਤਾਕਤ ਨਹੀਂ ਪੈਸੇ ਨੂੰ ਹੱਥ ਲਾ ਜੇ, ਇਸ ਲਈ ਕਮਾਈਆਂ ਹੁੰਦੀਆਂ। ਤਾਂ ਕ੍ਰਿਸ਼ਨ ਭਗਵਾਨ ਨੇ 16 ਕਲਾਂ ਸੰਪੂਰਨ ਕਿਹਾ, ਅਤੇ ਪਰਮਾਤਮਾ ਸਾਰੀਆਂ ਕਲਾਂ ਹੀ ਸੰਪੂਰਨ ਹੈ। ਇਹ ਤਾਂ ਸਾਰੀਆਂ ਕਲਾਂ ਹੀ ਸੰਪੂਰਨ ਹੈ। ਸਰਬ ਕਲਾਂ ਪੂਰਨ ਪ੍ਰਭ ਸੋਏ, ਪਰਮਾਤਮਾ ਸਾਰੀਆਂ ਕਲਾਂ ਵਿੱਚ ਪੂਰਨ ਹੈ। ਇਸ ਲਈ ਉਹਦਾ ਨਾਮ ਜਪੋ, ਕਹਿੰਦੇ ਉਹਦੇ ਨਾਮ ਦਾ ਰਸ ਮਾਣੋ। ਮਹਾਂ ਤਪਤ ਸਾਗਰ ਸੰਸਾਰ, ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ। ਮਹਾਂ ਤਪਤ, ਬੜਾ ਤਪਿਆ ਹੋਇਆ, ਸੜਦਾ ਬਲਦਾ ਇਹ ਸੰਸਾਰ ਰੂਪੀ ਸਮੁੰਦਰ, ਕਹਿੰਦਾ ਬੜਾ ਸੜਦਾ ਬਲਦਾ ਹੈ। ਇੱਥੇ ਦੁੱਖ ਹੀ ਦੁੱਖ ਨੇ, ਇੱਥੇ ਦੁੱਖ ਹੀ ਦੁੱਖ ਨੇ। ਜੇ ਪਾਣੀ ਸੜਦਾ ਬਲਦਾ ਹੋਵੇ ਤਾਂ ਉਸਦੇ ਵਿੱਚ ਵੜਨਾ ਬੜਾ ਔਖਾ ਹੁੰਦਾ ਹੈ। ਇਹ ਸੰਸਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ, ਅਤੇ ਇਹਦੇ ਜਿਹੜਾ ਪਾਣੀ ਹੈ ਪਾ ਬੁਰਾਈਆਂ, ਇਹਦੇ ਸੰਸਾਰ 'ਚ ਬੁਰਾਈਆਂ ਬਹੁਤ ਜ਼ਿਆਦਾ ਹਨ। ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ, ਪਰ ਪਰਮਾਤਮਾ ਇੱਕ ਸੈਕਿੰਡ ਵਿੱਚ ਇਹ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰ ਸਕਦਾ ਹੈ। ਪਰਮਾਤਮਾ ਦੇ ਨਾਮ 'ਚ ਇੰਨੀ ਸ਼ਕਤੀ ਹੈ ਕਿ ਅਸੀਂ ਇਹਨਾਂ ਸਾਰੀਆਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉ ਸਕਦੇ ਹਾਂ। ਆਹੀ ਸੰਸਾਰ ਸਮੁੰਦਰ ਦਾ ਪਾਰ ਹੋਣਾ। ਉਹ ਤਾਂ ਉਦਾਹਰਨ ਦਿੱਤੀ ਹੈ, ਜਿਵੇਂ ਸਮੁੰਦਰ ਹੋਵੇ ਉਹਨੂੰ ਤਰ ਕੇ ਪਾਰ ਕਰਨਾ ਬੜਾ ਔਖਾ ਹੈ। ਅਤੇ ਜੇ ਸਮੁੰਦਰ ਕਿਤੇ ਗਰਮ ਹੋਵੇ, ਜਿਹੜੇ ਜੀਓਗ੍ਰਾਫੀ ਪੜ੍ਹੇ ਹੋਏ ਉਹਨਾਂ ਨੂੰ ਗਿਆਨ ਹੈ, ਸਮੁੰਦਰ ਦੇ ਠੰਡੇ ਦਰਿਆ ਅਤੇ ਤੱਤੇ ਪਾਣੀ ਦੇ ਦਰਿਆ ਚੱਲਦੇ ਨੇ। ਕਈ ਥਾਵਾਂ 'ਤੇ ਕਈ ਕਿਲੋਮੀਟਰ ਚੌੜਾ, ਹਜ਼ਾਰਾਂ ਕਿਲੋਮੀਟਰ ਲੰਮਾ ਗਰਮ ਪਾਣੀ ਦਾ ਦਰਿਆ ਚੱਲ ਰਿਹਾ ਹੈ, ਕਿਤੇ ਠੰਡੇ ਪਾਣੀ ਦਾ ਦਰਿਆ ਚੱਲ ਰਿਹਾ ਹੈ। ਹੁਣ ਜਿੱਥੇ ਭੂ-ਮੱਧ ਰੇਖਾ ਹੈ ਉੱਥੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ, ਇਸ ਲਈ ਸਮੁੰਦਰ ਦਾ ਪਾਣੀ ਅਤੀ ਗਰਮ ਹੋ ਜਾਂਦਾ ਉੱਥੇ।
ਉੱਥੇ ਅਤੀ ਗਰਮ ਹੋ ਜਾਂਦਾ, ਉਹ ਤੁਸੀਂ ਵੜ ਨਹੀਂ ਸਕਦੇ, ਇੰਨਾ ਤੱਤਾ ਹੁੰਦਾ। ਅਤੇ ਜਦੋਂ ਆਪਾਂ ਉੱਤਰ ਵਾਲੇ ਪਾਸੇ ਜਾਂ ਦੱਖਣ ਵਾਲੇ ਪਾਸੇ ਜਾਂਦੇ ਹਾਂ ਤਾਂ ਉੱਥੇ ਫਿਰ ਬਰਫ਼ ਜ਼ਿਆਦਾ ਪੈਣ ਕਰਕੇ ਪਾਣੀ ਠੰਡਾ ਠਾਰ ਹੁੰਦਾ ਹੈ। ਸੜਦੇ ਬਲਦੇ ਪਾਣੀ 'ਚ ਫਿਰ ਜਿਹੜਾ ਵੜ ਸਕਣਾ ਅਤੇ ਉਹਦੇ ਵਿੱਚੋਂ ਪਾਰ ਹੋ ਸਕਣਾ ਬੜਾ ਔਖਾ ਹੈ। ਸੰਸਾਰ ਸਮੁੰਦਰ ਨੂੰ ਸੜਦਾ ਬਲਦਾ ਕਿਹਾ, ਭਾਵ ਇੱਥੇ ਬੁਰਾਈਆਂ ਹੀ ਬੁਰਾਈਆਂ ਹਨ। ਉਹਨਾਂ ਬੁਰਾਈਆਂ ਤੋਂ ਬਚ ਕੇ ਲੰਘਣਾ ਬੜਾ ਔਖਾ ਹੈ, ਪਰ ਜੇ ਪਰਮਾਤਮਾ ਚਾਹੇ ਤਾਂ 1 ਸੈਕਿੰਡ ਵਿੱਚ ਸਾਨੂੰ ਪਾਰ ਉਤਾਰਾ ਸਾਡਾ ਕਰ ਸਕਦਾ ਹੈ। ਅਤੇ ਪਰਮਾਤਮਾ ਤਾਂ ਹੀ ਕਰੇਗਾ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ। ਤਾਂ ਪਰਮਾਤਮਾ ਸਿਰਫ ਉਹਦੀ ਹੀ ਸਹਾਇਤਾ ਕਰਦਾ, ਉਹਨੂੰ ਹੀ ਖਾਣ ਪੀਣ ਨੂੰ ਦਿੰਦਾ ਜਿਹੜਾ ਉਹਦਾ ਨਾਮ ਜਪਦਾ। ਦੂਜੇ ਨੂੰ ਕਹਿੰਦਾ ਆਪਣਾ ਕਮਾ ਲਓ ਖਾ ਲਓ। ਜਿਹੜਾ ਨਾਮ ਜਪਦਾ ਉਹ ਜਿੱਥੇ ਵੀ ਬੈਠਾ ਪਰਮਾਤਮਾ ਉੱਥੇ ਉਹਦਾ ਭੋਜਨ ਭੇਜ ਦਿੰਦਾ ਹੈ। ਦੂਜੇ ਨੂੰ ਥਾਂ ਥਾਂ ਜਾ ਕੇ ਖਾਣਾ ਪੈਂਦਾ। ਨਾਮ ਜਪਣ ਵਾਲਾ ਕਿਤੇ ਖਾਣ ਨਹੀਂ ਜਾਂਦਾ, ਉਹ ਕੁਝ ਮੰਗਣ ਨਹੀਂ ਜਾਂਦਾ, ਉਹ ਠੂਠਾ ਚੱਕ ਕੇ ਘਰਾਂ 'ਚ ਤੁਰਿਆ ਫਿਰਦਾ। ਉਹ ਜਿੱਥੇ ਬੈਠਾ ਉਹਦਾ ਰੋਟੀ ਪਾਣੀ ਉੱਥੇ ਹੀ ਆ ਜਾਂਦਾ। ਪੁਰਾਤਨ ਸਾਧੂ ਮੰਗਣ ਨਹੀਂ ਸੀ ਜਾਇਆ ਕਰਦੇ। ਅੱਜ ਦੇ ਸਿੱਖ ਸਾਧੂ ਵੀ ਮੰਗਣ ਨਹੀਂ ਜਾਂਦੇ, ਆਪਣੇ ਡੇਰਿਆਂ 'ਤੇ ਬੈਠੇ ਨੇ। ਸੰਗਤ ਆ ਰਹੀ ਹੈ, ਭਾਂਤ ਭਾਂਤ ਦੇ ਪਦਾਰਥ ਲੈ ਕੇ ਆ ਰਹੀ ਹੈ, ਮਾਇਆ ਲੈ ਕੇ ਆ ਰਹੀ ਹੈ, ਉਹ ਮੰਗਣ ਨਹੀਂ ਜਾਂਦੇ। ਮੈਨੂੰ ਯਾਦ ਹੈ 1992 ਜਦੋਂ ਇੱਥੇ ਪਹਿਲੇ ਦੀਵਾਨ ਲੱਗਣੇ ਸਨ ਤਾਂ ਉਹ ਸੰਗਤ ਨੂੰ ਪੁੱਛਦੇ ਨੇ ਮਾਂ ਸੰਤ ਸੁਖਦੇਵ ਸਿੰਘ ਜੀ, ਭਾਈ ਤੁਸੀਂ ਕਿਸੇ ਨੂੰ ਮੁਖੀਆ ਚੁਣਿਆ? ਉਹਨਾਂ ਮੇਰਾ ਨਾਂ ਲੈਤਾ ਵੀ ਸੀ, ਇਹ ਮਾਸਟਰ ਜੈਮਲ ਸਿੰਘ ਨੇ, ਅਸੀਂ ਨੇ ਚੁਣਿਆ। ਕਹਿੰਦੇ ਮਾਸਟਰ ਜੀ ਮੇਰੀ ਇੱਕ ਗੱਲ ਸੁਣ ਲਓ, ਦੀਵਾਨ ਲਵਾਉਣੇ ਨੇ, ਕਿਸੇ ਤੋਂ ਕੋਈ ਚੀਜ਼ ਨਹੀਂ ਮੰਗਣੀ, ਕੋਈ ਕਿਸੇ ਤੋਂ ਪੈਸਾ ਨਹੀਂ ਮੰਗਣਾ। ਮੈਂ ਚੁੱਪ ਕਰ ਰਿਹਾ ਵੀ ਪੈਸੇ ਤੋਂ ਬਿਨਾਂ ਦੀਵਾਨ ਕਿਵੇਂ ਲੱਗਣਗੇ, ਤੁਸੀਂ ਵੀ ਸਿਆਣੇ ਹੋ। ਉਹ ਸਮਝ ਗਏ, ਕਹਿੰਦੇ ਰਾੜਾ ਸਾਹਿਬ ਦੀ ਮਰਿਆਦਾ ਹੈ, ਇੱਥੇ ਕਿਸੇ ਤੋਂ ਕੋਈ ਚੀਜ਼ ਨਹੀਂ ਮੰਗਣ ਜਾਂਦੇ। ਤੁਸੀਂ ਜਿਹੜੇ ਇਸ਼ਤਿਹਾਰ ਛਪਾਓਗੇ, ਬੈਨਰ ਲਾਓਗੇ, ਉਸ 'ਤੇ ਲਿਖਣਾ ਹੈ ਗੁਰੂ ਕਾ ਲੰਗਰ ਅਟੁੱਟ ਵਰਤੇਗਾ, ਜਿਨ੍ਹਾਂ ਨੇ ਰਸਦ ਜਾਂ ਮਾਇਆ ਜਮ੍ਹਾਂ ਕਰਾਉਣੀ ਹੈ ਫਲਾਣੇ ਥਾਂ 'ਤੇ ਆ ਕੇ ਕਰਾ ਜਾਓ। ਬਸ ਕੋਈ ਪਰਚੀ ਨਹੀਂ ਤੁਸੀਂ ਛਪਾਉਣੀ, ਕਿਸੇ ਤੋਂ ਕੋਈ ਮੰਗਣ ਨਹੀਂ ਜਾਣਾ, ਆਪੇ ਸੰਗਤ ਤੁਹਾਨੂੰ ਭੇਜੇ। ਉਹਨਾਂ ਮੈਨੂੰ ਰੁਪਈਏ ਦਿੱਤੇ 10, ਕਹਿੰਦੇ ਲਓ ਇਹ ਉਸ ਬੈਗ 'ਚ ਰੱਖ ਲਓ, ਨਿਸ਼ਾਨੀ ਲਾ ਲਓ, ਦੂਜੇ ਨਾਲ ਰਲ ਨਾ ਜਾਣ। ਉਹ ਤਾਂ ਚਲੋ ਲੈਮੀਨੇਸ਼ਨ ਆ ਗਿਆ ਸੀ ਸਿਸਟਮ, ਮੈਂ ਲੈਮੀਨੇਸ਼ਨ ਕਰਾ ਲਿਆ। ਅਤੇ ਕਹਿੰਦੇ ਉਸ ਬੈਗ 'ਚ ਰੱਖਣਾ ਜਿਸ 'ਚ ਤੁਸੀਂ ਸੰਗਤ ਦੇ ਪੈਸੇ ਰੱਖੋਗੇ। ਕੋਈ ਤੁਹਾਨੂੰ ਮਾਇਆ ਦੀ ਕਮੀ ਨਹੀਂ ਆਏਗੀ, ਜਿੰਨੇ ਸਾਲ ਮਰਜ਼ੀ ਤੁਸੀਂ ਦੀਵਾਨ ਲਾ ਲਓ। ਅਤੇ ਸਾਰੀ ਸੰਗਤ ਜਿਹੜੀ ਪੁਰਾਣੀ ਗਵਾਹ ਹੈ ਕਿ ਇੱਕ ਵਾਰ ਵੀ ਸੰਗਤ ਨੂੰ ਨਹੀਂ ਕਿਹਾ ਗਿਆ ਕਿ ਭਾਈ ਜਿਹੜਾ ਮਾਇਆ ਭੇਜੋ ਜਾਂ ਜਿਹੜਾ ਰਸਦ ਭੇਜੋ। ਸਗੋਂ ਸਾਡੇ ਕੋਲ ਅਖੀਰਲੇ ਦਿਨ ਤੋਂ ਪਹਿਲਾਂ ਹੀ ਇੰਨਾ ਇਕੱਠਾ ਹੋ ਜਾਂਦਾ ਸੀ ਕਿ ਸਾਨੂੰ ਕਹਿਣਾ ਪੈਂਦਾ ਸੀ ਕਿ ਭਾਈ ਕੱਲ੍ਹ ਨੂੰ ਰਸਦ ਨਾ ਲਿਆਓ, ਬਹੁਤ ਰਸਦ ਆ ਗਈ ਹੈ। ਵਾਰ ਹੁੰਦੇ ਨੇ ਇਹ। 2 ਮਹਾਂਪੁਰਖਾਂ ਨੇ ਮੈਨੂੰ ਵਰ ਦਿੱਤੇ ਨੇ, ਇੱਕ ਪੂਰਬ 'ਚ ਇੱਕ ਪੱਛਮ 'ਚ। ਪੂਰਬ 'ਚ ਸੰਤ ਸੀਤਲ ਸਿੰਘ ਜੀ, ਉਹ ਵਰ ਦੇ ਗਏ ਆ ਜਿਹੜੇ ਤੁਸੀਂ ਆਪਣੇ ਦੁੱਖ ਸੁੱਖ ਲੈ ਕੇ ਆਉਂਦੇ ਹੋ, ਹੁਣ ਦਾ ਹੱਲ ਵੀ ਕਿਵੇਂ ਕਰਨਾ ਹੈ, ਉਹ ਇਹ ਵਰ ਦੇ ਗਏ। ਸੰਤ ਸੁਖਦੇਵ ਅਸੀਂ ਮਾਇਆ ਦਾ ਵਰ ਦੇ ਗਏ। ਹੋਰ ਫਿਰ ਕੀ ਚਾਹੀਦਾ? ਜਿਸ ਬੰਦੇ ਕੋਲ ਮਾਇਆ ਵੀ ਹੋਵੇ ਅਤੇ ਆਤਮਿਕ ਸ਼ਕਤੀਆਂ ਵੀ ਹੋਣ, ਉਹਨੂੰ ਹੋਰ ਕੀ ਚਾਹੀਦਾ? ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਰਿੱਧ ਸਿੱਧ, ਰਿੱਧ ਰਿਧੀਆਂ ਹੁੰਦੀਆਂ, ਧਨ ਨਾਲ ਸੰਬੰਧਿਤ ਨੇ। 9 ਨਿਧੀਆਂ ਹੁੰਦੀਆਂ, 9 ਨਿਧ ਤਾਂ ਇਹਨੂੰ ਕਿਹਾ। ਧਨ ਦੇ 9 ਖਜ਼ਾਨੇ ਸੰਸਾਰ 'ਚ ਗਿਣੇ ਗਏ ਪੁਰਾਤਨ ਗ੍ਰੰਥਾਂ 'ਚ। ਧਨ ਦੇ ਕਿੰਨੇ ਖਜ਼ਾਨੇ ਗਿਣੇ? 9, ਇਸ ਲਈ 9 ਨਿਧ, ਨਿਧ ਖਜ਼ਾਨਾ ਹੁੰਦਾ। ਰਿੱਧ ਰਿਧੀਆਂ ਭਾਵ ਧਨ ਦੌਲਤ ਦੇ 9 ਖਜ਼ਾਨੇ, ਸਿੱਧ ਸਿੱਧੀਆਂ 18 ਸ਼ਕਤੀਆਂ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਨਾ, ਉਹਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਅਤੇ ਪਰਮਾਤਮਾ ਨਾਮ ਜਪਣ ਨੂੰ ਪ੍ਰਭ ਕੈ ਸਿਮਰਨ ਗਿਆਨ, ਰੱਬੀ ਗਿਆਨ ਪ੍ਰਾਪਤ ਹੁੰਦਾ। ਧਿਆਨ ਪਰਮਾਤਮਾ ਨਾਲ ਬਿਰਤੀ ਜੁੜਦੀ ਹੈ, ਤਤ ਗਿਆਨ ਰੱਬੀ ਤਤ ਮਤ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਉਹਦਾ ਨਾਮ ਜਪੀ ਜਾਣਾ ਬਸ। ਇਹ ਗੁਣ ਆਪਣੇ ਆਪ ਹੀ ਤੁਹਾਡੇ 'ਚ ਪੈਦਾ ਹੋਈ ਜਾਣਗੇ। ਗੁਣ ਪੈਦਾ ਕਰਨ ਦੀ ਲੋੜ ਨਹੀਂ ਹੈਗੀ। ਪਰਮਾਤਮਾ ਦੇ ਨਾਮ ਨੇ ਤੁਹਾਨੂੰ ਇੱਕ ਦਿਨ ਗੁਣੀ ਗਿਆਨੀ ਬਣਾ ਦੇਣਾ।
ਚਾਹੇ ਤੁਸੀਂ ਟੋਟਲ ਅਨਪੜ੍ਹ ਹੋ, ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ, ਤੁਸੀਂ ਵੱਡੇ ਵੱਡੇ ਦੇ ਕੰਨ ਕੁਤਰਨ ਲੱਗ ਜਾਓਗੇ, ਇੰਨੇ ਸਿਆਣੇ ਹੋ ਜਾਓਗੇ। ਕਿਉਂਕਿ ਸਾਰੀ ਸਿਆਣਪ ਪਰਮਾਤਮਾ ਤੋਂ ਆਉਂਦੀ ਹੈ। ਅਤੇ ਪਰਮਾਤਮਾ ਕਾਹਦੇ 'ਚ ਹੈ? ਨਾਮ 'ਚ। ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸਨ, ਉਹਨਾਂ ਨੇ ਕਿਸੇ ਨੇ ਪੁੱਛਿਆ ਵੀ ਮਹਾਰਾਜ ਜੀ ਅੱਲਾ ਤੋਂ ਵੱਡਾ ਵੀ ਕੋਈ ਹੈ? ਕਹਿੰਦੇ ਹਾਂ। ਉਹ ਬੜੇ ਹੈਰਾਨ ਹੋਏ ਵੀ ਕੌਣ ਹੈ ਅੱਲਾ ਤੋਂ ਵੱਡਾ? ਕਹਿੰਦੇ ਅੱਲਾ ਦਾ ਨਾਮ। ਨਾਮ ਦੇ ਨਾਲ ਅਸੀਂ ਪਰਮਾਤਮਾ ਨੂੰ ਵਸ 'ਚ ਕਰ ਸਕਦੇ ਹਾਂ, ਫਿਰ ਨਾਮ ਵੱਡਾ ਹੈ ਨਾ। ਜਦੋਂ ਨਾਮ ਜਪ ਜਪ ਕੇ ਅਸੀਂ ਪਰਮਾਤਮਾ ਨੂੰ ਵਸ 'ਚ ਕਰ ਲਿਆ, ਫਿਰ ਕਿ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਪਰਮਾਤਮਾ ਜਿਹੜਾ ਵਸ 'ਚ ਕਰ ਲੈਂਦਾ, ਫਿਰ ਪਰਮਾਤਮਾ ਛੱਡ ਕੇ ਨਹੀਂ ਜਾਂਦਾ। ਉਹਦੇ ਕੋਲ ਧੰਨੇ ਭਗਤ ਨੇ ਵਸ 'ਚ ਕਰ ਲਿਆ ਪਰਮਾਤਮਾ ਨੂੰ। ਕਹਿੰਦਾ ਮੇਰਾ ਪਾਣੀ ਲਾ, 7 ਬਚਣ। ਪਰਮਾਤਮਾ ਨੂੰ ਕਹਿੰਦਾ ਮੇਰਾ ਖੂਹ ਗੇੜ, 7 ਬਚਣ। ਉਹ ਪਾਣੀ ਟੁੱਟ ਗਿਆ, ਉਹ ਨੱਕਾ ਬੰਨ੍ਹ ਗਿਆ, 7 ਬਚਣ। ਹੈ ਨਾ ਤਾਕਤ। ਮੈਂ ਹੈਰਾਨ ਹਾਂ ਕਿ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ। ਮੈਂ ਤਾਂ ਹਰ ਰੋਜ਼ ਦ੍ਰਿੜ ਕਰਾਉਣਾ ਤੁਹਾਨੂੰ, ਕਿਸੇ ਤਰ੍ਹਾਂ ਸੁਣਨ ਵਾਲੇ ਨੂੰ ਸਮਝ ਆ ਜਾਏ ਵੀ ਨਾਮ 'ਚ ਤਾਕਤ ਕਿੰਨੀ ਹੈ। ਜਿੰਨਾ 'ਚ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਸਾਨੂੰ ਕਿਵੇਂ ਪਤਾ ਲੱਗੇਗਾ ਤਾਕਤ। ਧਰਮ ਅਤੇ ਸਾਇੰਸ ਪ੍ਰੈਕਟੀਕਲ 'ਤੇ ਖੜੀ ਹੈ। ਸਾਇੰਸ ਥਿਓਰੀ 'ਤੇ ਨਹੀਂ ਰੱਖਣਾ। ਅਗਰ ਥਿਓਰੀ ਪੜ੍ਹ ਲਈ ਹੈ, ਯਾਦ ਕਰ ਲਿਆ, ਪ੍ਰੈਕਟੀਕਲ ਬੱਚਾ ਨਹੀਂ ਕਰਦਾ, ਉਹਨੂੰ ਸਾਇੰਸ ਨਹੀਂ ਆਵੇਗੀ। ਧਰਮ ਪੜ੍ਹ ਲਿਆ ਹੈ, ਸਮਝ ਲਿਆ ਹੈ, ਪਰ ਜਿੰਨਾ ਚਿਰ ਅਸੀਂ ਇਹਨੂੰ ਮੰਨਦੇ ਨਹੀਂ, ਪ੍ਰੈਕਟੀਕਲ ਨਹੀਂ ਕਰਦੇ, ਉਹਨਾਂ 'ਚ ਅਸੀਂ ਧਾਰਮਿਕ ਨਹੀਂ ਹੋ ਸਕਦੇ। ਠੀਕ ਹੈ, ਕਥਾ ਵਾਰਤਾ ਕਰਕੇ, ਕੀਰਤਨ ਕਰਕੇ ਲੋਕ ਬੱਲੇ ਬੱਲੇ ਤੱਕ ਕਰਨਗੇ, ਬੜਾ ਵੱਡਾ ਕੀਰਤਨੀ ਹੈ, ਬੜਾ ਵੱਡਾ ਕਥਾਕਾਰ ਹੈ, ਪਰ ਨਹੀਂ। ਧਾਰਮਿਕ ਬੰਦਾ ਉਦੋਂ ਹੁੰਦਾ ਜਦੋਂ ਧਰਮ ਦੇ ਅਨੁਸਾਰ ਉਹਦਾ ਜੀਵਨ ਹੋ ਜਾਏਗਾ। ਸਾਡਾ ਜੀਵਨ ਹੀ ਦੱਸਦਾ ਅਸੀਂ ਧਾਰਮਿਕ ਹਾਂ ਕਿ ਨਹੀਂ ਹਾਂ। ਸੋ ਇਸ ਲਈ ਬਾਣੀ ਪੜ੍ਹੋ, ਨਾਮ ਜਪੋ, ਇੱਕੋ ਹੀ ਗੱਲ ਹੈ। ਤੁਹਾਡੀ ਆਪਣੀ ਰੁਚੀ ਹੈ, ਬਾਣੀ 'ਚ ਰੁਚੀ ਹੈ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਨਾਮ ਜਪੀ ਜਾਓ, ਤੁਹਾਨੂੰ ਦੋਨਾਂ ਨੇ ਹੀ ਮੁਕਤ ਕਰ ਦੇਣਾ ਹੈ। ਬੇਅੰਤ ਸ਼ਕਤੀਆਂ ਦੇ ਮਾਲਕ ਨੇ ਤੁਹਾਡੇ। ਜਦੋਂ ਬਾਣੀ ਸ਼ਕਤੀਆਂ ਦੀ ਮਾਲਕ ਹੈ ਤਾਂ ਬਾਣੀ ਤੁਹਾਡੇ ਅੰਦਰ ਵੀ ਸ਼ਕਤੀਆਂ ਪੈਦਾ ਕਰ ਦੇਗੀ। ਪਰਮਾਤਮਾ ਸ਼ਕਤੀਆਂ ਦਾ ਮਾਲਕ ਹੈ, ਉਹਦਾ ਨਾਮ ਤੁਹਾਡੇ ਅੰਦਰ ਸ਼ਕਤੀਆਂ ਪੈਦਾ ਕਰ, ਤੁਹਾਨੂੰ ਰਿੱਧੀਆਂ ਦੇ ਦੇਗਾ, ਤੁਹਾਨੂੰ ਸਿੱਧੀਆਂ ਦੇ ਦੇਗਾ, ਤੁਹਾਨੂੰ ਬ੍ਰਹਮ ਗਿਆਨ ਦੇ ਦੇਗਾ, ਤੁਹਾਨੂੰ ਮੁਕਤੀ ਦੇ ਦੇਗਾ, ਤੁਹਾਡੀ ਮੱਤ ਉੱਚੀ ਕਰ ਦੇਗਾ। ਤਾਂ ਕਿ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਾਵੇਂ ਪੜ੍ਹਿਆ ਚਾਹੇ ਅਨਪੜ੍ਹਿਆ, ਜਿਹੜਾ ਨਾਮ ਜਪੀ ਜਾਂਦਾ ਜਪੀ ਜਾਂਦਾ ਜਪੀ ਜਾਂਦਾ, ਇੱਕ ਦਿਨ ਮੁਕਤ ਹੋ ਜਾਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਬਸ ਨਾਮ ਜਪੀ ਜਾਣਾ। ਪਰਮਾਤਮਾ ਬੜੇ ਨਾਮ ਨੇ, ਜਿਹੜਾ ਨਾਮ ਵੀ ਤੁਹਾਨੂੰ ਚੰਗਾ ਲੱਗਦਾ ਉਸੇ ਨਾਲ ਹੀ ਤੁਸੀਂ ਜਪ ਸਕਦੇ ਹੋ। ਰਾਮ ਰਾਮ ਚੰਗਾ ਲੱਗਦਾ ਰਾਮ ਰਾਮ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਚੰਗਾ ਲੱਗਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਜਿਹੜਾ ਵੀ ਤੁਹਾਨੂੰ ਨਾਮ ਚੰਗਾ ਲੱਗਦਾ ਉਹੀ ਕਰੀ ਜਾਓ। ਸਾਰੇ ਨਾਮ ਪਰਮਾਤਮਾ ਦੇ ਨਾਮ ਹੀ ਨੇ। ਸੋ ਗੁਰੂ ਮਹਾਰਾਜ ਕਹਿੰਦੇ ਅਨੇਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਕਤ ਫਲ ਪਾਹੇ। ਕਿ ਜਿਨ੍ਹਾਂ ਤੋਂ ਅਨੇਕਾਂ ਬੰਧਨ ਨੇ, ਕਾਹਦੇ ਨੇ? ਮੋਹ ਮਾਇਆ ਦੇ। ਅਸੀਂ ਬੰਧਨਾਂ 'ਚ ਹਾਂ, ਅਸੀਂ ਮੁਕਤ ਨਹੀਂ ਹਾਂ। ਕਦੇ ਅਸੀਂ ਮੋਹ 'ਚ ਆ ਜਾਂਦੇ ਹਾਂ, ਕਦੇ ਕਾਸੇ 'ਚ ਆ ਜਾਂਦੇ ਹਾਂ। ਇਹ ਮੋਹ ਮਾਇਆ ਦੇ ਜਿਹੜੇ ਬੰਧਨ ਨੇ ਨਾ, ਅਨੇਕ ਨੇ, ਥੋੜ੍ਹੇ ਬੜੇ ਨੇ। ਤੋਰੇ ਨਹੀਂ ਜਾਏ, ਇਹ ਤੋੜੇ ਨਹੀਂ ਜਾ ਸਕਦੇ, ਇਹ ਟੁੱਟਦੇ ਨਹੀਂ ਹੈਗੇ। ਬੰਦਾ ਕੋਸ਼ਿਸ਼ ਕਰਦਾ ਮੈਂ ਮੋਹ ਮਾਇਆ 'ਚ ਨਿਕਲ ਜਾ, ਨਹੀਂ ਨਿਕਲ ਹੁੰਦਾ। ਪਰਿਵਾਰ ਦੇ ਮੋਹ 'ਚੋਂ ਨਿਕਲ ਜਾ, ਨਹੀਂ ਨਿਕਲ ਹੁੰਦਾ। ਪਰਿਵਾਰ 'ਚ ਰਹਿ ਕੇ ਮੋਹ 'ਚੋਂ ਨਿਕਲਣਾ ਬੜਾ ਔਖਾ ਹੈ। ਵੈਸੇ ਪੁਰਾਣੇ ਲੋਕ ਪਰਿਵਾਰ ਹੀ ਛੱਡ ਕੇ ਚਲੇ ਜਾਂਦੇ ਸਨ, ਫਿਰ ਡੇਰੇ ਬਣਾ ਲੈਂਦੇ ਸਨ, ਉੱਥੇ ਜਾ ਕੇ ਫਿਰ ਮੋਹ 'ਚ ਫਸ ਜਾਂਦੇ ਸਨ। ਘਰ ਦੇ 'ਚ 2 ਜੀ ਛੱਡੇ, ਉੱਥੇ 500-700 ਇਕੱਠਾ ਕਰ ਲਿਆ, ਲੈ ਵਕਤ ਨੂੰ ਫੜੇ ਰਹੋ ਬਈ। ਇੰਨਿਆਂ ਦੇ ਰਹਿਣ ਦਾ ਪ੍ਰਬੰਧ ਕਰੋ, ਇੰਨਿਆਂ ਦੀ ਰੋਟੀ ਦਾ ਪ੍ਰਬੰਧ ਕਰੋ, ਇੰਨਿਆਂ ਦੇ ਕੱਪੜਿਆਂ ਦਾ ਪ੍ਰਬੰਧ ਕਰੋ, ਫਿਰ ਉਹਨਾਂ 'ਤੇ ਰਾਖੀ ਰੱਖੋ ਵੀ ਕੋਈ ਪੁੱਠਾ ਕੰਮ ਨਾ ਕਰਦੇ, ਡੇਰੇ ਦੀ ਬਦਨਾਮੀ ਨਾ ਹੋ ਜਾਏ। 2 ਜੀ ਛੱਡ ਕੇ 500 'ਚ ਫਸ ਗਏ। ਕਰੋ ਕਦੇ ਚੱਲੇ ਸੀ ਨਾਮ ਜਪਣ, ਅੱਗੇ ਵਕਤਾਂ 'ਤੇ ਫੜੇਗਾ। ਆਪੇ ਫਸੜੀਏ ਤੈਨੂੰ ਕੌਣ ਛਡਾਏ। ਹੁਣ ਇੱਕ ਵਾਰੀ ਜੇ ਬੰਦਾ ਫਸ ਜੇ ਫਿਰ ਨਿਕਲਣਾ ਬੜਾ ਔਖਾ। ਡੇਰਾ ਛੱਡ ਕੇ ਆਪਣਾ ਡੰਡਾ ਡੇਰਾ ਚੱਕ ਲੈਣਾ ਬੜਾ ਔਖਾ ਹੈ। ਹਾਲਾਂਕਿ ਯਾਰ ਇੰਨੇ ਸਾਲਾਂ 'ਚ ਐਡਾ ਵੱਡਾ ਡੇਰਾ ਬਣਾਇਆ, ਹੁਣ ਕਿੱਥੇ ਜਾਈਏ? ਕੋਈ ਫਸਿਆ ਬਸ।
ਉਹ 'ਚੋਂ ਨਿਕਲ ਹੀ ਨਹੀਂ ਸਕਦੇ। ਵਡਭਾਗੀ ਹਰ ਕੀਰਤਨ ਗਾਈਏ, ਕਿਉਂਕਿ ਕੀਰਤਨ ਗਾਇਆ ਨਹੀਂ ਜਾਂਦਾ, ਕੀਰਤਨ ਕੀਤਾ ਜਾਂਦਾ ਹੈ। ਆਪੇ ਕਿ ਨਾ ਫਲਾਣਾ ਉਹ ਕੀਰਤਨ ਕਰ ਰਿਹਾ ਜੀ, ਉੱਥੇ ਕੀਰਤਨ ਹੋ ਰਿਹਾ ਹੈ, ਇਹ ਨਹੀਂ ਆਪਾਂ ਕਹਿੰਦੇ ਉੱਥੇ ਕੀਰਤਨ ਗਾਇਆ ਜਾ ਰਿਹਾ ਹੈ। ਸਿਫਤ ਸਲਾਹ ਗਾਈ ਜਾਂਦੀ ਹੈ। ਵਡਭਾਗੀ ਵੱਡੇ ਭਾਗਾਂ ਨਾਲ, ਵੱਡੇ ਭਾਗਾਂ ਨਾਲ ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ। ਬਦਕਿਸਮਤ ਤੇ ਪਰਮਾਤਮਾ ਦੀ ਸਿਫਤ ਸਲਾਹ ਹੀ ਨਹੀਂ ਕਰਦਾ ਹੈ। ਜੇ ਸਿਫਤ ਸਲਾਹ ਕਰੇਗਾ ਤਾਂ ਖੁਸ਼ਕਿਸਮਤ ਨਾ ਹੋ ਜਾਏਗਾ। ਬੈਡ ਲੱਕ ਨੂੰ ਗੁੱਡ ਲੱਕ ਚੇਂਜ ਕਰਨ ਦਾ ਹੋਰ ਢੰਗ ਹੀ ਕੋਈ ਨਹੀਂ। ਜੇ ਬਾਣੀ ਪੜ੍ਹੋ ਜਾਂ ਨਾਮ ਜਪੋ, ਤੁਹਾਡੀ ਬੈਡ ਲੱਕ ਗੁੱਡ 'ਚ ਬਦਲ ਜਾਏਗੀ। ਜੇ ਪਹਿਲਾਂ ਹੀ ਗੁੱਡ ਹੈ ਬੈਟਰ 'ਚ ਹੋ ਜਾਏਗੀ, ਬੈਟਰ ਹੈ ਬੈਸਟ 'ਚ ਹੋ ਜਾਏਗੀ। ਇਹ ਤੁਹਾਡੀ ਮਰਜ਼ੀ ਹੈ ਵੀ ਬਦਕਿਸਮਤ ਰਹਿਣਾ ਹੈ ਕਿ ਖੁਸ਼ਕਿਸਮਤ ਹੋਣਾ। ਹੱਲ ਸਾਨੂੰ ਗੁਰੂ ਮਹਾਰਾਜ ਨੇ ਦੱਸਿਆ ਹੋਇਆ, ਇਹੀ ਮੈਂ ਰੋਜ਼ ਦ੍ਰਿੜ ਕਰਾਂਦਾ ਰਹਿਣਾ ਕਿ ਬਦਕਿਸਮਤ ਕਿਉਂ ਰਹਿਣਾ ਹੈ। ਜੇ ਤੁਸੀਂ ਬਾਣੀ ਪੜ੍ਹੋਗੇ, ਨਾਮ ਜਪੋਗੇ, ਹੌਲੀ ਹੌਲੀ ਬੁਰਾਈਆਂ ਆਪੇ ਹੀ ਛੱਡ ਜਾਓਗੇ। ਪਹਿਲਾਂ ਸਾਡੇ ਸੰਗੀ ਸ਼ਰਾਬ ਪੀਆ ਕਰਦੇ ਸਨ, ਫਿਰ ਇਹਨਾਂ ਪਾਠ ਸਿੱਖ ਲਿਆ। ਮੈਂ ਹੁਣ ਕਿਉਂ ਪੀਣੋਂ ਹਟ ਗਏ ਬਈ? ਹੁਣ ਕਿਉਂ ਪੀਣੋਂ ਹਟ ਗਏ? ਕਹਿੰਦੇ ਹੁਣ ਗਿਆਨ ਹੋ ਗਿਆ। ਬਸ ਤੁਸੀਂ ਬਾਣੀ ਪੜ੍ਹੋ, ਨਾਮ ਜਪੋ, ਤੁਹਾਨੂੰ ਗਿਆਨ ਹੋ ਜਾਏਗਾ। ਸਾਡੀ ਸੋਚ ਉੱਚੀ ਹੁੰਦੀ ਹੈ। ਬਾਣੀ ਅਤੇ ਪਰਮਾਤਮਾ ਦਾ ਨਾਮ ਸਾਡੀ ਸੋਚ ਨੂੰ ਉੱਚੀਆਂ ਕਰਦਾ ਹੈ। ਅਜੇ ਸਾਡੀ ਸੋਚ ਨੀਵੀਂ ਹੈ, ਇਸ ਲਈ ਅਸੀਂ ਬੁਰਾਈਆਂ 'ਚ ਫਸੇ ਹੋਏ ਹਾਂ। ਜਦ ਸੋਚ ਉੱਚੀ ਹੋ ਗਈ, ਸਭ ਬੁਰਾਈਆਂ ਛੱਡ ਜਾਵਾਂਗੇ। ਫਿਰ ਅਸੀਂ ਪਤਾ ਕਿੰਨੇ ਬੁਰਾਈਆਂ ਤੋਂ ਕਿੰਨੀ ਉੱਚੀ ਹੋ ਜਾਵਾਂਗੇ। ਫੌਕਸਟਨ ਦਾ ਗ੍ਰੇਪਸ ਪੜ੍ਹਿਆ ਹੋਣਾ ਤੁਸੀਂ। ਲੂੰਬੜੀ ਹੈ ਅਤੇ ਅੰਗੂਰ ਨੇ। ਅੰਗੂਰ ਉੱਚੇ ਨੇ, ਉਹ ਖਾਣਾ ਚਾਹੁੰਦੀ ਹੈ, ਬੜਾ ਟੱਪਦੀ ਹੈ, ਬੜੀਆਂ ਛਲਾਂਗਾਂ ਮਾਰਦੀ ਹੈ, ਨਹੀਂ ਅੰਗੂਰਾਂ ਤੱਕ ਪਹੁੰਚ ਸਕਦੀ, ਨਹੀਂ ਪਹੁੰਚ ਸਕਦੀ। ਅਤੇ ਫਿਰ ਕਹਿੰਦੇ ਝੂਠੇ ਦੀ ਜਈ ਕਹਿੰਦੇ ਅੰਗੂਰ ਖੱਟੇ ਨੇ। ਐਂ ਤੁਸੀਂ ਜਿਉਂ ਤੁਸੀਂ ਨਾਮ ਜਪੀ ਜਾਓਗੇ, ਤੁਹਾਡੀ ਸੋਚ ਨੂੰ ਪਰਮਾਤਮਾ ਨੂੰ ਉੱਚੀਆਂ ਕਰਦੇ ਜਾਣਾ। ਫਿਰ ਇਹ ਨੀਵੀਆਂ ਸੋਚਾਂ ਤੁਹਾਡਾ ਕੁਛ ਨਹੀਂ ਵਿਗਾੜ ਸਕਣਗੇ, ਤੁਸੀਂ ਉੱਚੀ ਹੋ ਜਾਓਗੇ। ਤੁਸੀਂ ਨਾਮ ਜਪੀ ਜਾਇਆ ਕਰੋ, ਬਾਣੀ ਪੜ੍ਹੀ ਜਾਇਆ ਕਰੋ, ਸਾਡੀ ਕਿਸਮਤ ਆਪਣੇ ਆਪ ਬਦਲਣੀ ਸ਼ੁਰੂ ਹੋ ਜਾਏਗੀ। ਕਿਸਮਤ ਬੈਠ ਕੇ ਰੋਣਾ ਨਹੀਂ ਹੈ, ਕਿਸਮਤ ਬਦਲਣੀ ਪੈਂਦੀ ਹੈ। ਜੋ ਅਸੀਂ ਹੁਣ ਕਿਸਮਤ ਭੋਗ ਰਹੇ ਹਾਂ ਵੀ ਅਸੀਂ ਬਣਾਈ ਹੈ, ਪਰਮਾਤਮਾ ਨੇ ਸਿਰਫ ਲਿਖੀ ਹੈ। ਮੈਂ ਪਿਛਲੇ ਜਨਮ ਜੋ ਕਰਮ ਕੀਤੇ ਪਰਮਾਤਮਾ ਨੇ ਲਿਖਤੇ, ਉਹ ਮੇਰੀ ਕਿਸਮਤ ਬਣ ਗਏ। ਹੁਣ ਜੋ ਮੈਂ ਕਰਮ ਕਰ ਰਿਹਾ ਇਹ ਵੀ ਮਰਨ ਤੋਂ ਬਾਅਦ ਮੇਰੇ ਲਿਖੇ ਜਾਣੇ ਨੇ, ਉਹਦੇ ਅਨੁਸਾਰ ਵੀ ਅਗਲੀ ਕਿਸਮਤ ਹੋਣੀ ਹੈ। ਜੇ ਤੁਹਾਡੀ ਹੁਣ ਮਾੜੀ ਕਿਸਮਤ ਹੈ, ਸਮਝ ਲਓ ਤੁਸੀਂ ਮਾੜੇ ਕੰਮ ਕਰਦੇ ਪਿਛਲੇ ਜਨਮ 'ਚ। ਜੇ ਗਰੀਬ ਹੋ ਤੁਸੀਂ, ਇਹਦਾ ਤੁਸੀਂ ਲੁੱਟਾਂ ਖੋਹਾਂ ਕਰਦੇ ਰਹੇ, ਚੋਰੀਆਂ ਕਰਦੇ ਰਹੇ, ਡਾਕੇ ਮਾਰਦੇ ਰਹੇ, ਰਿਸ਼ਵਤਾਂ ਲੈਂਦੇ ਰਹੇ, ਮਿਲਾਵਟਾਂ ਕਰਦੇ ਰਹੇ, ਇਸ ਲਈ ਹੁਣ ਤੁਹਾਨੂੰ ਗਰੀਬੀ ਮਿਲੀ ਹੈ। ਅਤੇ ਜੇ ਤੁਸੀਂ ਪੁੰਨਦਾਨ ਕੀਤਾ ਤਾਂ ਤੁਹਾਨੂੰ ਅਮੀਰੀ ਮਿਲਣੀ ਸੀ। ਆ ਜਿਹੜੇ ਅਰਬਾਂ ਪਤੀ ਪੈਦਾ ਹੁੰਦੇ ਨੇ, ਇਹ ਪਤਾ ਨਹੀਂ ਕਿੰਨੇ ਪੁੰਨਦਾਨ ਇਹਨਾਂ ਕੀਤੇ ਹੁੰਦੇ ਨੇ, ਐਵੇਂ ਥੋੜ੍ਹਾ ਹੁੰਦੇ ਨੇ। ਸੋ ਜੋ ਕੁਛ ਅਸੀਂ ਕਰ ਰਹੇ ਇਹੀ ਸਾਡੀ ਕਿਸਮਤ ਬਣਨੀ। ਮਨੁੱਖ ਨੂੰ ਗਿਆਨ ਨਹੀਂ ਹੈ, ਕਿਹੜਾ ਪੁੱਛਦਾ ਆ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਆਹ ਕਹਿੰਦਾ ਐਵੇਂ ਕੋਈ ਧਰਮਰਾਜ ਨਹੀਂ ਹੁੰਦਾ, ਕੋਈ ਜਿਵੇਂ ਦੇ ਡਰਾਉਣ ਲਈ ਕਹਿੰਦਾ ਨਾ ਕਹਿੰਦੇ। ਉਹ ਜੋ ਉੱਥੇ ਜਾਂਦੇ ਫਿਰ ਜੇ ਪੈਂਦੇ ਨੇ ਡੰਡੇ, ਫਿਰ ਪਤਾ ਲੱਗਦਾ ਹੈ ਨਹੀਂ ਕਿ ਨਹੀਂ ਹੈ। ਵੀ ਜਿਸ ਸਿੱਖ ਨੂੰ ਬਾਣੀ 'ਤੇ ਵਿਸ਼ਵਾਸ ਨਹੀਂ, ਉਹ ਕਹਿੰਦਾ ਸਿੱਖ। ਮੰਨ ਲਓ ਮੈਨੂੰ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ, ਫਿਰ ਮੈਂ ਗੁਰੂ ਦਾ ਸਿੱਖ ਕਾਹਦਾ? ਗੁਰੂ ਦੀ ਗੱਲ 'ਤੇ ਵਿਸ਼ਵਾਸ ਹੋਣਾ ਚਾਹੀਦਾ। ਅਤੇ ਬਾਣੀ ਥਾਂ ਥਾਂ 'ਤੇ ਕਹਿੰਦੀ ਕਿ ਭਾਈ ਜੇ ਤੁਸੀਂ ਮਾੜੇ ਕੰਮ ਕਰੋਗੇ ਫਿਰ ਧਰਮਰਾਜ ਤੁਹਾਨੂੰ ਬਹੁਤ ਸਜ਼ਾਵਾਂ ਦੇਵੇਗਾ ਅਤੇ ਨਖਿੱਧ ਜੂਨੀਆਂ 'ਚ ਭੇਜ ਦੇਵੇਗਾ। ਇਸ ਲਈ ਭਾਈ ਵਡਭਾਗੀ ਹਰ ਕੀਰਤਨ ਗਾਈਏ, ਵੱਡੇ ਭਾਗਾਂ ਨਾਲ ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ। ਉਹ ਵੀ ਕੌਣ ਗਾਉਂਦਾ ਹੈ? ਪਾ ਬ੍ਰਹਮ ਤੂੰ ਦੇ ਤਾਂ ਪਾਈਏ। ਹੇ ਪਰਮਾਤਮਾ, ਜੇ ਤੂੰ ਇਹ ਸਾਨੂੰ ਦਾਤ ਦੇਵੇ ਨਾ ਕੀਰਤਨ ਦੇ, ਤਾਂ ਹੀ ਅਸੀਂ ਪ੍ਰਾਪਤ ਕਰ ਸਕਦੇ, ਤਾਂ ਹੀ ਅਸੀਂ ਤੇਰੀ ਸਿਫਤ ਸਲਾਹ ਕਰ ਸਕਦੇ, ਜੇ ਤੂੰ ਇਹ ਦਾਤ ਦੇਵੇਗਾ। ਰਹਾ ਹਰ ਕੇ ਚਰਨ ਹਿਰਦੈ ਉਰ ਧਾਰ, ਭਵ ਸਾਗਰ ਚੜ੍ਹ ਉਤਰੈ ਪਰ। ਹਰੀ ਦੇ ਚਰਨਾਂ ਨੂੰ ਕਹਿੰਦੇ ਹਿਰਦੇ ਟਿਕਾ ਲੈ, ਧਾਰ ਮੈਂ ਟਿਕਾਉਣਾ। ਹਰੀ ਦੇ ਚਰਨ ਭਾਵ ਹਰੀ ਦੀ ਯਾਦ, ਹਰੀ ਦਾ ਨਾਮ, ਹਰੀ ਦੇ ਨਾਮ ਨੂੰ, ਹਰੀ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਲੈ। ਫਿਰ ਕੀ ਹੋਏਗਾ? ਭਵ ਸਾਗਰ ਚੜ੍ਹ ਉਤਰੈ ਪਰ। ਉਹ ਜਿਹੜਾ ਨਾਮ ਹੈ ਉਹ ਜਹਾਜ਼ ਦਾ ਕੰਮ ਕਰੇਗਾ। ਫਿਰ ਤੂੰ ਜਹਾਜ਼ 'ਤੇ ਚੜ੍ਹ ਜਾਏਗਾ, ਫਿਰ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ। ਤੂੰ ਜਹਾਜ਼ ਚੜ੍ਹ ਜਾਏਗਾ,
ਫਿਰ ਇਹ ਬੁਰਾਈਆਂ ਤੇਰਾ ਕੁਛ ਨਹੀਂ ਵਿਗਾੜ ਸਕਣਗੀਆਂ, ਤੇਰੇ ਤੋਂ ਬਚ ਜਾਏਗਾ, ਪਰਲੇ ਬੰਨੇ ਲੰਘ ਜਾਏਗਾ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਕਹਿੰਦੇ ਸਾਰੇ ਭਾਈ ਗੁਰੂ ਦੀ ਸੰਗਤ ਕਰੋ, ਜਿਵੇਂ ਆਪਾਂ ਇਸ ਵੇਲੇ ਗੁਰੂ ਦੀ ਸੰਗਤ ਕਰ ਰਹੇ ਹਾਂ, ਸਾਰੇ ਕਹਿੰਦੇ ਗੁਰੂ ਦੀ ਸੰਗਤ ਕਰੋ। ਕਈ ਕਥਾ ਵਾਰਤਾ ਘਰ 'ਚ ਵੀ ਸੁਣ ਰਹੇ ਨੇ, ਕਈ ਕੱਲ੍ਹ ਨੂੰ ਸੁਣਨ ਜਿਨ੍ਹਾਂ ਕੋਲ ਅੱਜ ਟਾਈਮ ਨਹੀਂ ਹੈ। ਪਰ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਟਾਈਮ ਹੋਵੇ ਉਹ ਗੁਰਦੁਆਰੇ ਆ ਕੇ ਸੁਣਿਆ ਕਰੋ, ਕਿਉਂਕਿ ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਨੇ, ਉੱਚੀਆਂ ਰੂਹਾਂ ਉੱਥੇ ਆਉਂਦੀਆਂ ਨੇ। ਵਿਸ਼ਨੂੰ ਮਹਾਰਾਜ ਸਾਰੇ ਦੇਵਤਿਆਂ ਨੂੰ ਇਕੱਠੇ ਬਿਠਾਇਆ ਦੇਵਪੁਰੀ 'ਚ। ਦੇਵਤਿਆਂ ਨੂੰ ਕਹਿੰਦੇ ਵੀ ਮਾਤ ਲੋਕ ਵੱਲ ਵੇਖੋ, ਆਪਾਂ ਜਿਸ ਧਰਤੀ ਰਹੇ ਨੂੰ ਕਿਤੇ ਮਾਤ ਲੋਕ। ਉਹਨਾਂ ਦੇਖਿਆ, ਕਹਿੰਦੇ ਮਹਾਰਾਜ ਜੀ ਘੁੱਪ ਹਨੇਰਾ, ਕੁਛ ਨਹੀਂ ਦਿਸਦਾ। ਕਹਿੰਦੇ ਧਿਆਨ ਨਾਲ ਵੇਖੋ, ਕਹਿੰਦੇ ਕਿਤੋਂ ਕਿਤੋਂ ਰੋਸ਼ਨੀ ਦੀ ਕਿਰਨ ਉੱਪਰ ਨੂੰ ਆ ਰਹੀ ਹੈ। ਹਾਂ, ਜਿੱਥੋਂ ਰੋਸ਼ਨੀ ਆ ਰਹੀ ਹੈ ਨਾ, ਉੱਥੇ ਸਤ ਸੰਗਤ ਹੋ ਰਹੀ ਹੈ ਇਸ ਵੇਲੇ, ਉੱਥੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ। ਜਾਓ ਆਪਣੀਆਂ ਹਾਜ਼ਰੀਆਂ ਲਓ। ਇਹ ਫਿਰ ਦੇਵੀ ਦੇਵਤੇ ਵੱਡੀਆਂ ਵੱਡੀਆਂ ਰੂਹਾਂ ਜਿੱਥੇ ਸਤ ਸੰਗਤ ਹੁੰਦੀ ਹੈ ਉੱਥੇ ਆ ਜਾਂਦੇ ਨੇ। ਆਪਾਂ ਨੂੰ ਦਿਸਣ ਨਾ ਦਿਸਣ ਉਹ ਗੱਲ ਵੱਖਰੀ। ਸੰਤ ਵਰਿਆਮ ਸਿੰਘ ਜੀ ਆਪਣੇ ਜੀਵਨ 'ਚ ਲਿਖਦੇ ਨੇ, ਕਹਿੰਦੇ ਅਸੀਂ ਸੰਤ ਈਸ਼ਰ ਸਿੰਘ ਮਹਾਰਾਜ ਦਾ ਦੀਵਾਨ ਉੱਥੇ ਲਵਾਇਆ ਕਰਦੇ ਸੀ ਚੰਡੀਗੜ੍ਹ। ਘਰ ਦੇ ਕੋਲ ਪਲਾਟ ਖਾਲੀ ਸਨ, ਉੱਥੇ ਦੀਵਾਨ ਲਾਇਆ ਕਰਦੇ। ਕਹਿੰਦੇ ਮੈਂ ਸਟੇਜ ਤੋਂ ਹੇਠਾਂ ਹੀ ਬੈਠਾ ਸੰਗਤ ਦੇ ਵਿੱਚ ਅੱਗੇ, ਮੇਰੇ ਮਗਰ ਇੱਕ ਬੀਬੀ ਬੈਠੀ ਹੈ। ਮੈਨੂੰ ਕਹਿੰਦੇ ਵੀਰ ਜੀ ਆਹ ਤੁਹਾਡੇ ਅੱਗੇ ਜਿਹੜੇ 3 ਰੂਹਾਂ ਬੈਠੀਆਂ ਨੇ ਕੌਣ ਨੇ? ਮੈਂ ਕਿਹਾ ਵੀ ਮੈਨੂੰ ਤਾਂ ਦਿਸਦਾ ਨਹੀਂ ਹੈ, ਕਿਤੇ ਉਦੋਂ ਮੇਰੀ ਦਿਵ ਦ੍ਰਿਸ਼ਟੀ ਨਹੀਂ ਸੀ ਖੁੱਲ੍ਹੀ, ਮੈਨੂੰ ਕੋਈ ਦੱਸੇ। ਉਹਨੇ ਫਿਰ 10 ਮਿੰਟਾਂ ਬਾਅਦ ਫਿਰ ਮੈਨੂੰ ਕਿਹਾ ਆ ਵੀਰ ਜੀ ਜਿਹੜੇ ਤੁਹਾਡੇ ਅੱਗੇ 3 ਬੈਠੀਆਂ ਰੂਹਾਂ ਇਹ ਕੌਣ ਨੇ? ਮੈਂ ਕਿਹਾ ਬੀਬੀ ਵੀ ਮੈਨੂੰ ਨਹੀਂ ਦਿਸਦੀਆਂ, ਆਪਾਂ ਬਾਅਦ ਦੇ ਸੰਤ ਈਸ਼ਰ ਸਿੰਘ ਮਹਾਰਾਜ ਨੂੰ ਪੁੱਛ ਲਾਂਗੇ। ਚਲੋ ਦੀਵਾਨ ਖਤਮ ਹੋ ਗਿਆ। ਮੈਂ ਉਸ ਬੀਬੀ ਨੂੰ ਮਹਾਂਪੁਰਖਾਂ ਕੋਲ ਲੈ ਗਿਆ ਵੀ ਐਂ ਮੈਨੂੰ ਕਹਿੰਦੇ ਸੀ। ਹਾਂ, ਕਹਿੰਦੇ ਭਾਈ ਵਰਿਆਮ ਸਿੰਘ ਤੇਰੀ ਅਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਨਹੀਂ ਸੀ, ਇਹਦੀ ਕੁਦਰਤੀ ਖੁੱਲ੍ਹੀ ਸੀ। ਉਹ 3 ਦੇਵਤੇ ਸਨ, ਬ੍ਰਹਮਾ ਜੀ ਵਿਸ਼ਨੂੰ ਅਤੇ ਸ਼ਿਵ ਜੀ, 3 ਬੈਠੇ ਸਨ। ਉਹ 3 ਬੈਠੇ ਸਨ, ਇਹਨੂੰ ਦਿਸ ਰਿਹਾ ਸੀ ਤੇ ਨਹੀਂ ਸੀ ਦਿਸਦਾ। ਇਸ ਲਈ ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਉੱਥੇ ਉੱਚੀਆਂ ਰੂਹਾਂ ਆਉਂਦੀਆਂ ਨੇ ਅਤੇ ਫਿਰ ਸਾਡਾ ਭਲਾ ਕਰਨੀ ਆਈਆਂ ਨੇ ਵੀ ਸ਼ਾਬਾਸ਼ੇ ਭਾਈ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਹੋ। ਜਦੋਂ ਐਡੀ ਉਚਾਈ ਤੋਂ ਸੁਣਨ ਆਈਆਂ ਨੇ, ਉਹਨਾਂ ਨੂੰ ਸਾਰੀਆਂ ਜ਼ਬਾਨਾਂ ਆਉਂਦੀਆਂ ਹੁੰਦੀਆਂ, ਕਿਤੇ ਕਵਰ ਪੰਜਾਬੀ ਨਹੀਂ ਹੁੰਦੀ ਜੀ, ਵੀ ਬ੍ਰਹਮਾ ਜੀ ਨੂੰ ਪੰਜਾਬੀ ਨਹੀਂ ਜਾਂ ਸ਼ਿਵ ਜੀ ਨੂੰ ਆਉਂਦੀ ਨਹੀਂ, ਉਹਨਾਂ ਸਭ ਕੁਛ ਆਉਂਦਾ ਹੁੰਦਾ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੂੰ ਸਾਰੀਆਂ ਭਾਸ਼ਾਵਾਂ ਆਟੋਮੈਟਿਕਲੀ ਆਉਣ ਲੱਗ ਜਾਂਦੀਆਂ। ਸੋ ਇਸ ਲਈ ਉਹ ਫਿਰ ਬੈਠਦੇ ਨੇ ਸੰਗਤ 'ਚ। ਉਹ ਉਹਨਾਂ ਦੀ ਮੌਜ ਹੈ, 10 ਮਿੰਟ ਬੈਠਣਾ, 5 ਮਿੰਟ ਬੈਠਣਾ, ਅੱਧਾ ਘੰਟਾ ਬੈਠਣਾ, ਇਹ ਉਹਨਾਂ ਦੀ ਆਪਣੀ ਮੌਜ। ਉਹਨਾਂ ਨੂੰ ਹੁਕਮ ਹੈ ਤੁਸੀਂ ਆਪਣੀ ਹਾਜ਼ਰੀ ਲਵਾਉਣੀ ਉੱਥੇ ਜਿੱਥੇ ਸਤਸੰਗ ਹੋ ਰਹੀ, ਪਰਮਾਤਮਾ ਸਿਫਤ ਸਲਾਹ ਹੋ ਰਹੀ। ਇਸ ਲਈ ਕਹਿੰਦੇ ਸਾਧੂ ਸੰਗ ਕਰੋ ਸਭ ਕੋਏ, ਭਾਈ ਹਰ ਕੋਈ, ਸਭ ਕੋਏ, ਹਰ ਇੱਕ ਗੁਰੂ ਦੀ ਸੰਗਤ ਕਰੋ। ਫਿਰ ਕੀ ਹੋਏਗਾ? ਸਦਾ ਕਲਿਆਣ, ਸਦੇ ਸੁੱਖ ਮਿਲੇਗਾ, ਫਿਰ ਦੁੱਖ ਨਾ ਹੋਏ, ਫਿਰ ਦੁੱਖ ਨਹੀਂ ਹੋਏਗਾ, ਸਦੇ ਸੁੱਖ ਹੋਏਗਾ, ਦੁੱਖ ਹੋਏਗਾ ਹੀ ਨਹੀਂ। ਸਾਧੂ ਸੰਗ ਕਰੋ ਸਭ ਕੋਏ, ਸਾਧੂ ਸੰਗ ਕਰੋ ਸਭ ਕੋਏ, ਸਾਧੂ ਸੰਗ ਕਰੋ ਸਭ ਕੋਏ, ਸਾਧੂ ਸੰਗ ਕਰੋ ਸਭ ਕੋਏ। ਸਦਾ ਕਲਿਆਣ ਫਿਰ ਦੁੱਖ ਨ ਹੋਏ, ਸਦਾ ਕਲਿਆਣ ਫਿਰ ਦੁੱਖ ਨ ਹੋਏ, ਸਦਾ ਕਲਿਆਣ ਫਿਰ ਦੁੱਖ ਨ ਹੋਏ, ਸਦਾ ਕਲਿਆਣ ਫਿਰ ਦੁੱਖ ਨ ਹੋਏ। ਇਸ ਲਈ ਗੁਰੂ ਦੀ ਸੰਗਤ ਕਰੋ ਕਹਿੰਦੇ ਭਾਈ, ਫਿਰ ਤੁਹਾਨੂੰ ਸੁੱਖ ਮਿਲੇਗਾ, ਦੁੱਖ ਨਹੀਂ ਮਿਲੇਗਾ। ਕਿ ਜੇ ਅਸੀਂ ਗੁਰੂ ਦੀ ਸੰਗਤ ਕਰਾਂਗੇ ਸ਼ੁਭ ਕਰਮ ਕਰਨ ਲੱਗ ਜਾਵਾਂਗੇ, ਨਾਮ ਜਪਣ ਲੱਗ ਜਾਵਾਂਗੇ। ਸਾਰੀ ਗੁਰਬਾਣੀ ਦਾ ਤੱਤ ਸਾਰ ਕੀ ਹੈ? ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਬਸ ਜੇ ਮੈਨੂੰ ਕੋਈ ਪੁੱਛੇ ਬਾਬਾ ਜੀ ਸਾਰੇ ਗੁਰੂ ਗ੍ਰੰਥ ਤੱਤ ਸਾਰ ਸਾਨੂੰ ਇੱਕ ਲਾਈਨ 'ਚ ਦੱਸੋ, ਮੈਂ ਕਹਾਂਗਾ ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਜਦੋਂ ਅਸੀਂ ਕਰਮ ਹੀ ਠੀਕ ਕਰਾਂਗੇ ਫਿਰ ਦੁੱਖ ਕਾਹਦਾ ਬਈ? ਜਿਹੜਾ ਬੰਦਾ ਕੋਈ ਚੋਰੀ ਨਹੀਂ ਕਰਦਾ, ਕੋਈ ਡਾਕਾ ਨਹੀਂ ਮਾਰਦਾ, ਕੋਈ ਠੱਗੀ ਨਹੀਂ ਕਰਦਾ, ਕੋਈ ਮਿਲਾਵਟ ਨਹੀਂ ਕਰਦਾ, ਕੋਈ ਧੋਖਾਧੜੀ ਨਹੀਂ ਕਰਦਾ, ਕੋਈ ਰਿਸ਼ਵਤ ਨਹੀਂ ਲੈਂਦਾ, ਕੋਈ ਨਸ਼ੇ ਨਹੀਂ ਕਰਦਾ, ਕੋਈ ਨਸ਼ੇ ਵੇਚਦਾ ਨਹੀਂ, ਕੋਈ ਬਦਫੈਲੀ ਨਹੀਂ ਕਰਦਾ, ਏ ਕਲਾਸ ਬੰਦਾ ਹੋ। ਉਹਦੇ ਪੱਲੇ ਸੱਚ, ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ। ਸ਼ੁਭ ਕਰਮ ਕਰੋ ਨਾਲ ਨਾਮ ਜਪੋ, ਬਸ ਤਰੱਕੀ ਹੁੰਦੀ ਜਾਏਗੀ ਦਿਨੋਂ ਦਿਨ। ਜੇ ਅਸੀਂ ਨਾਮ ਜਪਦੇ ਹਾਂ ਅਤੇ ਕਰਮ ਠੀਕ ਨਹੀਂ ਫਿਰ ਟਾਈਮ ਬਹੁਤ ਲੱਗੇਗਾ।
कर्म शुभ करने पहला सही काम करो। हर बंदे नूं पता किहड़ा ठीक है किहड़ा गलत है। असीं इन्ने अगियानी नहीं कि सानूं यही नहीं पता कि जो असीं कर रहे ठीक है गलत है। सो इसलिए तीन वड्डियां गल्लां दा ख्याल रखना। दसां नौं दी किरत करनी है। घर का गुजारा नहीं हो रहा, जवाक रौला पाते, जनानी रौला पाती है, वो तुहाडे नाल आ भी तो इन्नी तनख्वाह लैंदा जी, ਉਹਦੇ ਕੋਲੇ ਕਾਰਾਂ ਨੇ, ਤੁਹਾਡੇ ਕੋਲ ਟੁੱਟੀ ਜਿਹੀ ਸਕੂਟਰੀ ਹੈ, ਤੁਸੀਂ ਨਹੀਂ ਕਰ ਸਕਦੇ। ਉਹਨੂੰ ਕਹਿ ਦੇਖ ਮੇਰੀ ਗੱਲ ਸੁਣ ਲਓ, ਇੰਨੀ ਮੈਨੂੰ ਤਨਖਾਹ ਮਿਲਦੀ ਹੈ, ਨਹੀਂ ਵਿਸ਼ਵਾਸ ਦਫ਼ਤਰ ਜਾ ਕੇ ਪੁੱਛ ਲਓ। ਇਸੇ 'ਚ ਹੀ ਗੁਜ਼ਾਰਾ ਕਰਨਾ। ਨਹੀਂ ਗੁਜ਼ਾਰਾ ਤਾਂ ਆਪਣਾ ਕਮਾ ਕੇ ਖਾ ਲਓ। ਚਲੋ ਆਪਣਾ ਆਪਣਾ ਕੰਮ ਕਰੋ, ਕਮਾਓ ਖਾਓ, ਆਪੇ ਠੀਕ ਹੋ ਜਾਣਗੇ। ਮਨੁੱਖ ਇਹਨਾਂ ਲਈ ਪਾਪ ਕਰਦਾ ਅਤੇ ਫਿਰ ਸਜ਼ਾ ਆਪ ਭੋਗਦਾ ਰਹਿੰਦਾ ਹੈ। कामन लोड़ है सोयना रूपा, मित्र लुड़े सो खा दाता। औरत कहती मैंने सोना लिया के दो, गहने लिया, चांदी लिया के दो। कामन लोड़ है सोयना रूपा, औरत सोना ते चांदी मंगती है। मित्र लुड़ैन सो खा दाता, तो मित्र कहते खुआ बई, लिया बोतल, लिया मीट। नानक पाप करे तिन कारण, जासी जमपुर बांधाता। इन्हां दी खातर पाप करदा ते जमा ने बन के नूं उत्थे लै जाना, आ जा भी सज्जन। ते वो खाण पीण वाले गए। इसलिए दसां नौं दी किरत करनी। लूण नाल रोटी खानी मंजूर है, लूण नाल बड़ी स्वाद लगदी, तुसीं खा के देखो। रोटी थोड़ी चुप्प लो ते लूण ते लाल मिर्चां उत्ते भुक्क लो ते उहनूं जिहड़ा गोल कर लो, रोल बना लो, ਉਹਦੇ ਚੱਕ ਮਾਰੋ, ਉਹਦੇ ਚਾਹ ਦਾ ਘੁੱਟ, ਦੁੱਧ ਦਾ ਘੁੱਟ ਭਰੋ, ਆਨੰਦ ਹੀ ਆਨੰਦ ਹੈ। ਲੋੜ ਹੀ ਰੌਲਾ ਪਾਉਣ ਦੀ ਦਾਲ ਸਬਜ਼ੀ ਲਈ ਬਣ ਗਈ ਠੀਕ ਹੈ, ਨਹੀਂ ਤਾਂ ਮੈਂ ਲੂਣ ਮਿਰਚਾਂ ਨਾ ਖਾ ਲਓ। ਮੈਂ ਬਥੇਰੇ ਦੇਖੇ ਨੇ। ਮੈਂ ਜਨਮ ਤੋਂ ਵੈਸ਼ਨੂੰ ਸੀ, ਮੈਨੂੰ ਕਹਿੰਦੇ ਸਾਡੇ ਘਰ ਬਾਹਮਣ ਪੈਦਾ ਹੋ ਗਿਆ ਕਿ ਉਹ ਖਾਣ ਪੀਣ ਵਾਲੇ ਸਨ, ਵੀ ਇਹਦੇ ਲਈ ਸਾਨੂੰ ਦਾਲ ਸਬਜ਼ੀ ਬਣਾਉਣੀ ਪਈ। ਮੈਂ ਵੀ ਸਮਝ ਗਿਆ, ਮੈਂ ਦੇਖੋ ਮੇਰੇ ਲਈ ਕੁਛ ਨਹੀਂ ਬਣਾਉਣਾ। ਮੈਂ ਲੂਣ ਮਿਰਚਾਂ ਨਾ ਖਾਵਾਂ, ਮੈਂ ਅਚਾਰ ਨਾਲ ਖਾਵਾਂ, ਮੈਂ ਪਾਣੀ ਨਾਲ ਖਾਵਾਂ, ਤੁਹਾਨੂੰ ਨਹੀਂ ਮੈਂ ਕਹਿੰਦਾ। 8ਵੀਂ ਤੱਕ ਮੈਨੂੰ ਬਾਹਮਣ ਕਹਿੰਦੇ ਰਹੇ, 9ਵੀਂ ਤੋਂ ਫਿਰ ਮੈਨੂੰ ਬਾਣੀਆਂ ਕਹਿਣ ਲੱਗ ਪਏ ਵੀ ਇਹਦੀ ਸੋਚ ਜਿਹੜੀ ਹੈ ਜੱਟਾਂ ਤੋਂ ਅਲੱਗ ਹੈ। ਮੇਰੀ ਸੋਚ ਹੈ, ਹਾਲਾਂਕਿ ਮੈਂ ਜੱਟ ਹਾਂ, ਪਰ ਜੱਟਾਂ ਤੋਂ ਸੋਚ ਮੇਰੀ ਸ਼ੁਰੂ ਤੋਂ ਹੀ ਅਲੱਗ ਸੀ ਵੀ ਇਹ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਬਾਣੀਆਂ ਸੋਚ ਨਹੀਂ ਰੱਖਦੇ। ਜਿੰਨਾ ਚਿਰ ਜੱਟ ਬਾਣੀਆਂ ਸੋਚ ਨਹੀਂ ਰੱਖਦਾ ਇਹ ਤਰੱਕੀ ਨਹੀਂ ਕਰ ਸਕਦਾ। ਚਾਹੇ ਇਹਨਾਂ ਦੀ ਜੀਰੀ 3000 ਰੁਪਏ ਕੁਇੰਟਲ ਕਰ ਦਿਓ, ਇਹਨਾਂ ਦਾ ਇਹੀ ਹਾਲ ਰਹਿਣਾ। 79 ਸਾਲ ਮੈਨੂੰ ਹੋ ਗਏ ਤਮਾਸ਼ਾ ਵੇਖਦੇ ਹੋਏ। ਇੱਕ ਦਿਨ ਮੈਨੂੰ ਕਹਿੰਦੇ ਸਾਨੂੰ ਇਹ ਤਾਂ ਦੱਸ ਵੀ ਜੱਟ ਸੋਚ ਅਤੇ ਬਾਣੀ ਸੋਚ ਕੀ ਫਰਕ ਹੈ। ਮੈਂ ਪਰਸੋਂ ਨਾ ਮੈਂ ਲੰਘ ਰਿਹਾ ਸਕੂਲ, ਗਲੀ 'ਚ ਲੰਘ ਰਿਹਾ ਸੀ, ਸਕੂਲੋਂ ਵਾਪਸ ਆ ਰਿਹਾ ਸੀ, ਥੈਲਾ 2 ਬਾਣੀਏ ਲੜ ਰਹੇ ਸੀ। ਤੀਜਾ ਕੋਲੋਂ ਬਾਣੀਏ ਲੰਘਿਆ, ਕਹਿੰਦਾ ਮਾਰ ਦੇ ਧੋਤੀ ਦਾ ਪੱਲਾ। ਮੈਂ ਜੇ ਤੁਹਾਡਾ ਜੱਟ ਲੰਘਦਾ ਉਹਨੇ ਕਿਹਾ ਮਾਰ ਦੇ ਡਾਂਗ, ਤੇ ਸਿਰ ਪਾੜ ਦੇਣਾ ਸੀ ਤੇ ਜਾਓ ਥਾਣੇ ਤੇ ਜਾਓ ਵਕੀਲਾਂ ਕੋਲੇ ਧੱਕੇ ਖਾਈ ਜਾਓ। ਉਹ ਧੋਤੀ ਦਾ ਪੱਲਾ ਮਾਰ ਸਾਰਤਾ। ਮੈਂ ਆਹ ਸੋਚ ਹੈ, ਬਾਣੀ ਤੇ ਜੱਟ ਦੀ ਸੋਚ ਆਹ ਫਰਕ ਹੈ। ਫਿਰ ਮੈਨੂੰ ਬਾਣੀਆਂ ਹੀ ਕਹਿੰਦੇ ਰਹੇ, ਮੰਨੀ ਨਹੀਂ ਮੇਰੀ, ਮੈਂ ਨਾ ਮੰਨੂ। ਜਿੰਨਾ ਚਿਰ ਤੁਸੀਂ ਆਪਣੀ ਸੋਚ ਨੂੰ ਨਹੀਂ ਬਦਲੇ ਤੁਸੀਂ ਅਮੀਰ ਨਹੀਂ ਹੋ ਸਕਦੇ। ਕੁਝ ਜੱਟਾਂ ਨੇ ਆਪਣੀ ਸੋਚ ਬਦਲ ਗਈ, ਉਹ ਆੜਤੀ ਬਣ ਗਏ ਵੀ ਅਸੀਂ ਕਿਉਂ ਨਾ ਕਮਾ ਲਈਏ, ਉਹ ਆੜਤੀ ਬਣ ਗਏ। ਸਾਨੂੰ ਸੋਚ ਬਦਲਣੀ ਪੈਣੀ। ਗੁਰਬਾਣੀ ਸਾਡੀ ਸੋਚ ਬਦਲਦੀ ਹੈ, ਸਾਨੂੰ ਨੀਵੀਂ ਸੋਚ ਤੋਂ ਉੱਪਰ ਨੂੰ ਕਰਦੀ ਹੈ। ਅੱਗੇ ਕਹਿੰਦੇ ਗੁਰੂ ਮਹਾਰਾਜ, ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਾਹ ਪਾਈਆ ਮਾਨ। ਕਹਿੰਦਾ ਪਰਮਾਤਮਾ ਜੋ ਗੁਣੀ ਨਿਧਾਨ ਹੈ, ਜੋ ਗੁਣਾਂ ਦਾ ਖਜ਼ਾਨਾ ਹੈ। ਪਰਮਾਤਮਾ ਕੋਲ ਇੱਕ ਅੱਧਾ ਗੁਣ ਨਹੀਂ, ਉਹ ਤਾਂ ਗੁਣਾਂ ਦਾ ਖਜ਼ਾਨਾ। ਪ੍ਰੇਮ ਭਗਤੀ, ਪਿਆਰ ਸਹਿਤ ਉਹਦੀ ਭਗਤੀ ਕਰੋ, ਪਿਆਰ ਸਹਿਤ ਉਹਦਾ ਨਾਮ ਜਪੋ, ਫਿਰ ਕੀ ਹੋਏਗਾ। ਨਾਨਕ ਦਰਗਾਹ ਪਾਈਆ ਮਾਨ, ਫਿਰ ਪਰਮਾਤਮਾ ਦੀ ਦਰਗਾਹ 'ਚੋਂ ਆਦਰ ਮਾਣ ਮਿਲੇਗਾ ਵੀ ਹਾਂ ਭਾਈ ਇਹ ਮੇਰਾ ਨਾਮ ਜਪ ਕੇ ਆਇਆ, ਮੈਨੂੰ ਨਾਮ ਜਪਣ ਭੇਜਿਆ ਸੀ, ਇਹ ਨਾਮ ਜਪ ਆਇਆ। ਫਿਰ ਆਦਰ ਮਾਣ ਸਤਿਕਾਰ ਮਿਲੇਗਾ। ਸਤਿਕਾਰਯੋਗ ਸਾਧ ਸੰਗਤ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।